ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਉਡਾਨ ਇੰਸਟੀਚਿਊਟ ਬਠਿੰਡਾ ਦੇ ਆਪ ਜੀ ਦਾ ਸਵਾਗਤ ਹੈ। ਮੋਸਟ ਵੈਲਕਮ ਜੀ। ਮੇਰਾ ਨਾਮ ਲਖਵੀਰ ਸਿੰਘ ਝੰਡੂਕੇ। ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ 1 ਦਸੰਬਰ 2024 ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਦਾ ਪੀਟੈਟ ਐਗਜ਼ਾਮ ਆ ਜਿਹੜਾ ਉਹ ਕੀ ਆ ਕੰਡਕਟ ਕਰਵਾਇਆ ਜਾਣਾ। ਸੋ ਉਹਦੇ ਨਾਲ ਸੰਬੰਧਿਤ ਕੀ ਆ ਅੱਜ ਆਪਣੀ ਪਹਿਲੀ ਕਲਾਸ ਆ, ਮੋਸਟ ਇੰਪੋਰਟੈਂਟ ਕਲਾਸ ਆ। ਸੋ ਇੱਕ ਵਾਰੀ ਤੁਸੀਂ ਜਲਦੀ ਮੈਸੇਜ ਕਰ ਦੋਗੇ। ਮੇਰੀ ਆਵਾਜ਼ ਤੇ ਸਕਰੀਨ ਆ ਜਿਹੜੀ ਪ੍ਰੋਪਰ ਕੀ ਆ ਤੁਹਾਨੂੰ ਸ਼ੋ ਹੋ ਰਹੀ ਆ। ਫਿਰ ਆਪਾਂ ਕਲਾਸ ਨੂੰ ਕੰਟੀਨਿਊ ਕਰਦੇ ਹਾਂ। ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਇੱਕ ਵਾਰੀ ਜਲਦੀ ਮੈਸੇਜ ਕਰ ਦਿਓ ਮੇਰੀ ਆਵਾਜ਼ ਆ ਰਹੀ ਆ। ਠੀਕ ਆ ਜੀ, ਮੇਰੀ ਆਵਾਜ਼ ਆ ਜਿਹੜੀ ਬਿਲਕੁਲ ਸਹੀ ਆ ਰਹੀ ਆ। ਸੋ ਓਕੇ ਆਪਾਂ ਕਲਾਸ ਨੂੰ ਕੰਟੀਨਿਊ ਕਰਦੇ ਹਾਂ ਜੀ। ਠੀਕ ਹੈ ਜੀ, ਓਕੇ ਜਲਦੀ ਮੈਸੇਜ ਕਰ ਦੋਗੇ। ਅੱਜ ਦਾ ਆਪਣਾ ਪਹਿਲਾ ਸਵਾਲ ਕੀ ਆ, ਹੁਣ ਦੇਖੋ ਕੀ ਲਿਖਿਆ ਹੋਇਆ। ਸਭ ਤੋਂ ਪਹਿਲਾਂ ਕੀ ਆ ਰਾਜੇ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਹਿਊਮਨ ਬੋਡੀ ਦੇ ਵਿੱਚ ਹੱਡੀਆਂ ਕਿੰਨੀਆਂ ਹੁੰਦੀਆਂ। ਠੀਕ ਹੈ ਜੀ, ਹਿਊਮਨ ਬੋਡੀ ਦੇ ਵਿੱਚ ਟੋਟਲ ਹੱਡੀਆਂ ਕਿੰਨੀਆਂ ਹੁੰਦੀਆਂ। ਤੁਹਾਨੂੰ ਜਮਾ ਸਿੰਪਲ ਜਿਹਾ ਸਵਾਲ ਲੱਗਦਾ ਹੋਊਗਾ, ਬਟ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੀ ਹਿਊਮਨ ਬੋਡੀ ਹੁੰਦੀ ਆ ਉਹਦੇ ਵਿੱਚ ਜਿਹੜੀਆਂ ਟੋਟਲ ਹੱਡੀਆਂ ਹੁੰਦੀਆਂ ਉਹ ਕਿੰਨੀਆਂ ਹੁੰਦੀਆਂ, 206 ਹੱਡੀਆਂ ਹੁੰਦੀਆਂ ਇਨ ਦਾ ਹਿਊਮਨ ਬੋਡੀ। ਸੋ ਓਕੇ ਜਲਦੀ ਮੈਸੇਜ ਕਰੋਗੇ। ਦੇਖੋ ਜੀ ਜਿਹੜੀਆਂ ਆਪਣੀਆਂ ਕਰੇਨੀਅਮ ਬੋਨ ਹੁੰਦੀਆਂ, ਹੁਣ ਦੇਖੋ ਜਿਹੜੀਆਂ ਕਰੇਨੀਅਮ ਬੋਨ ਹੁੰਦੀਆਂ ਉਹ ਗਿਣਤੀ ਦੇ ਵਿੱਚ ਕਿੰਨੀਆਂ ਹੁੰਦੀਆਂ ਰਾਜੇ, ਉਹ ਗਿਣਤੀ ਦੇ ਵਿੱਚ ਕੀ ਆ ਰਾਜੇ 8 ਹੁੰਦੀਆਂ ਨੇ। ਹੁਣ ਦੇਖੋ ਜਿਹੜੀਆਂ ਕਰੇਨੀਅਮ ਬੋਨ ਹੁੰਦੀਆਂ ਉਹ ਕੀ ਆ ਇੱਕ ਦੂਜੇ ਨਾਲ ਜਿਹੜੀਆਂ ਜੁੜੀਆਂ ਹੁੰਦੀਆਂ ਨੇ। ਠੀਕ ਹੈ, ਜਿਸ ਜੁਆਇੰਟ ਦੇ ਰਾਹੀਂ ਜਿਹੜੀਆਂ ਕਰੇਨੀਅਮ ਬੋਨ ਹੁੰਦੀਆਂ ਇੱਕ ਦੂਜੇ ਨਾਲ ਅਟੈਚ ਹੁੰਦੀਆਂ ਉਹਨੂੰ ਕੀ ਕਹਿੰਦੇ ਆ ਜੀ, ਕੀ ਆਨਸਰ ਆਊਗਾ। ਉਹਨੂੰ ਅਸੀਂ ਸੂਚਰ ਕਹਿ ਦਿੰਦੇ ਆ, ਉਹਨੂੰ ਅਸੀਂ ਕਾਰਟਿਲੇਜ ਕਹਿ ਦਿੰਦੇ ਆ, ਉਹਨੂੰ ਅਸੀਂ ਟੈਂਡਨ ਕਹਿ ਦਿੰਦੇ ਆ, ਉਹਨੂੰ ਅਸੀਂ ਲਿਗਾਮੈਂਟਸ ਕਹਿ ਦਿੰਦੇ ਆ। ਜਲਦੀ ਮੈਸੇਜ ਕਰੋ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਇੱਕ ਵਾਰੀ ਜਲਦੀ ਮੈਸੇਜ ਕਰ ਦੋਗੇ ਕੀ ਆਨਸਰ ਆਊਗਾ ਜੀ। ਠੀਕ ਹੈ ਜੀ, ਹੁਣ ਦੇਖੋ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਾਰਟਿਲੇਜ ਕੀ ਹੁੰਦਾ, ਟੈਂਡਨ ਕੀ ਹੁੰਦਾ, ਲਿਗਾਮੈਂਟਸ ਕੀ ਹੁੰਦੇ ਆ। ਇਹਦਾ ਆਨਸਰ ਕੀ ਆਊਗਾ, ਬਿਲਕੁਲ ਸਹੀ ਆਨਸਰ ਕਰ ਰਹੇ ਹੋ ਜੀ। ਇਹਦਾ ਕੀ ਆਨਸਰ ਆਊਗਾ ਜੀ, ਇਹ ਆਨਸਰ ਕੀ ਆ, ਬਿਲਕੁਲ ਸਹੀ ਹੈ ਜੀ। ਉਹਨੂੰ ਕੀ ਕਹਿੰਦੇ ਆ ਅਸੀਂ, ਸੂਚਰ ਕਹਿ ਦਿੰਦੇ ਆ। ਠੀਕ ਹੈ ਜੀ, ਉਹਨੂੰ ਕੀ ਕਹਿੰਦੇ ਆ ਅਸੀਂ, ਸੂਚਰ ਕਹਿ ਦਿੰਦੇ ਆ। ਹੁਣ ਦੇਖੋ ਰਾਜੇ ਜਿਹੜੀਆਂ ਕਰੇਨੀਅਮ ਬੋਨ ਹੁੰਦੀਆਂ ਇਹ ਹੁੰਦੀਆਂ ਕਿੱਥੇ ਨੇ, ਇਹ ਸਾਡੇ ਸਕਲ ਦੇ ਵਿੱਚ ਹੁੰਦੀਆਂ ਨੇ। ਠੀਕ ਹੈ ਜੀ, ਆਪਾਂ ਨੂੰ ਪਤਾ ਲੱਗ ਗਿਆ ਵੀ ਜਿਹੜੀਆਂ ਕਰੇਨੀਅਮ ਬੋਨ ਹੁੰਦੀਆਂ ਸਰ ਗਿਣਤੀ ਦੇ ਵਿੱਚ ਤਾਂ ਇਹ 8 ਹੁੰਦੀਆਂ ਨੇ। ਸਰ ਇਹ ਹੁੰਦੀਆਂ ਕਿੱਥੇ ਨੇ, ਸਾਡੇ ਸਕਲ ਦੇ ਵਿੱਚ ਇਹ ਹੁੰਦੀਆਂ ਨੇ। ਇਹ ਕੀ ਆ, ਇੱਕ ਦੂਜੇ ਨਾਲ ਅਟੈਚ ਹੁੰਦੀਆਂ ਨੇ। ਠੀਕ ਹੈ ਜੀ, ਇੱਕ ਦੂਜੇ ਨਾਲ ਅਟੈਚ ਹੁੰਦੀਆਂ ਨੇ। ਉਹਨੂੰ ਕੀ ਕਹਿੰਦੇ ਆ, ਉਸ ਜੁਆਇੰਟ ਨੂੰ ਅਸੀਂ ਸੂਚਰ ਕਹਿ ਦਿੰਦੇ ਆ। ਠੀਕ ਹੈ ਜੀ, ਹੁਣ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਕਾਰਟਿਲੇਜ ਕੀ ਹੁੰਦਾ, ਟੈਂਡਨ ਕੀ ਹੁੰਦਾ, ਲਿਗਾਮੈਂਟਸ ਕੀ ਹੁੰਦਾ। ਇਹ ਵੀ ਆਪਾਂ ਕਰ ਲੈਂਦੇ ਆ। ਠੀਕ ਹੈ ਜੀ, ਹੁਣ ਦੇਖੋ ਸਭ ਤੋਂ ਪਹਿਲਾਂ ਦੇਖੋ ਜਿਹੜੇ ਲਿਗਾਮੈਂਟਸ ਹੁੰਦੇ ਆ ਉਹ ਕੀ ਹੁੰਦੇ ਆ ਜੀ, ਲਿਗਾਮੈਂਟਸ ਹੁੰਦੇ ਆ ਜਿਹੜੇ ਇੱਕ ਹੱਡੀ ਨੂੰ ਦੂਜੀ ਹੱਡੀ ਨਾਲ ਕੀ ਆ ਅਟੈਚ ਕਰਦੇ ਨੇ। ਉਹਨੂੰ ਕੀ ਕਹਿੰਦੇ ਆ ਰਾਜੇ ਅਸੀਂ, ਉਹਨੂੰ ਲਿਗਾਮੈਂਟਸ ਕਹਿ ਦਿੰਦੇ ਆ। ਤੇ ਟੈਂਡਨ ਕੀ ਹੁੰਦੇ ਆ ਜੀ, ਜਿਹੜੇ ਕੀ ਆ ਬੋਨ ਟੂ ਮਸਲ ਕੀ ਆ ਅਟੈਚ ਹੁੰਦੇ ਨੇ। ਠੀਕ ਆ ਜੀ, ਵੀ ਜਿਹੜੇ ਸਾਡੇ ਮਸਲ ਹੁੰਦੇ ਆ ਉਹ ਕੀ ਆ ਬੋਨ ਦੇ ਨਾਲ ਅਟੈਚ ਹੁੰਦੇ ਆ। ਕਿਹਦੀ ਹੈਲਪ ਦੇ ਨਾਲ ਜੀ, ਟੈਂਡਨ ਦੀ ਹੈਲਪ ਦੇ ਨਾਲ। ਇਸ ਤੋਂ ਬਾਅਦ ਕੀ ਆ ਗਿਆ, ਕਾਰਟਿਲੇਜ ਆ ਗਿਆ। ਕਾਰਟਿਲੇਜ ਕੀ ਹੁੰਦਾ ਦੇਖੋ ਰਾਜੇ, ਇੱਕ ਹੱਡੀ ਇਹ ਹੋ ਗਈ, ਇੱਕ ਹੱਡੀ ਇਹ ਹੋ ਗਈ। ਠੀਕ ਆ, ਦੋਨਾਂ ਦੇ ਵਿਚਕਾਰ ਕੀ ਹੋਊਗਾ, ਦੋਨਾਂ ਦੇ ਵਿਚਕਾਰ ਹੋਊਗਾ ਕਾਰਟਿਲੇਜ। ਠੀਕ ਹੈ ਜੀ, ਇੱਕ ਹੱਡੀ ਇਹ ਹੋ ਗਈ, ਇੱਕ ਹੱਡੀ ਇਹ ਹੋ ਗਈ। ਹੱਡੀ ਨੂੰ ਹੱਡੀ ਨਾਲ ਕੌਣ ਜੋੜਦਾ, ਉਹਨੂੰ ਕੀ ਕਹਾਂਗੇ ਅਸੀਂ, ਲਿਗਾਮੈਂਟਸ ਕਹਾਂਗੇ। ਇਹ ਹੋ ਗਿਆ ਮਸਲ, ਇਹ ਹੋ ਗਈ ਹੱਡੀ। ਠੀਕ ਹੈ ਜੀ, ਹੱਡੀ ਤੇ ਮਸਲ ਇੱਕ ਦੂਜੇ ਨਾਲ ਅਟੈਚ ਨੇ। ਉਹਨੂੰ ਕੀ ਕਹਿੰਦੇ ਆ ਅਸੀਂ, ਉਹਨੂੰ ਟੈਂਡਨ ਕਹਿ ਦਿੰਦੇ ਆ। ਉਹਨੂੰ ਕੀ ਕਹਿੰਦੇ ਆ ਅਸੀਂ, ਉਹਨੂੰ ਟੈਂਡਨ ਕਹਿ ਦਿੰਦੇ ਆ। ਤਾਂ ਜਲਦੀ ਮੈਸੇਜ ਕਰ ਦਿਓ। ਤੁਹਾਨੂੰ ਸਮਝ ਲੱਗਿਆ ਇਹ ਸਵਾਲ, ਇੱਕ ਵਾਰੀ ਜਲਦੀ ਮੈਸੇਜ ਕਰ ਦੋਗੇ ਤੁਹਾਨੂੰ ਇਹ ਸਮਝ ਲੱਗਿਆ ਸਵਾਲ ਜੀ। ਫਿਰ ਆਪਾਂ ਅੱਗੇ ਮੂਵ ਕਰਦੇ ਹਾਂ ਜੀ। ਹਾਂਜੀ ਹਾਂ ਰਾਜੇ ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਇੱਕ ਵਾਰੀ ਜਲਦੀ ਮੈਸੇਜ ਕਰ ਦਿਓ ਤੇ ਕਲਾਸ ਨੂੰ ਆਪਣੀ ਲਾਈਕ ਕਰ ਦਿਓ, ਆਪਣੇ ਦੋਸਤਾਂ ਤੱਕ ਸੈਂਡ ਕਰ ਦਿਓ ਜੇਕਰ ਤੁਹਾਨੂੰ ਕਲਾਸ ਕੀ ਆ ਸਮਝ ਲੱਗ ਰਹੀ ਆ। ਠੀਕ ਹੈ ਜੀ, ਅੱਗੇ ਮੂਵ ਕਰਦੇ ਹੁਣ ਆਪਾਂ। ਹੁਣ ਦੇਖੋ ਰਾਜੇ ਕੀ ਲਿਖਿਆ ਹੋਇਆ, ਟੈਂਡਨ ਲਿਖਿਆ ਹੋਇਆ। ਠੀਕ ਹੈ ਜੀ, ਕੀ ਲਿਖਿਆ ਹੋਇਆ, ਟੈਂਡਨ ਲਿਖਿਆ ਹੋਇਆ। ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਸਰ ਟੈਂਡਨ ਕੀ ਹੁੰਦਾ। ਠੀਕ ਹੈ ਜੀ, ਆਪਾਂ ਨੂੰ ਪਤਾ ਲੱਗ ਗਿਆ ਵੀ ਟੈਂਡਨ ਕੀ ਹੁੰਦਾ। ਟੈਂਡਨ ਕੀ ਹੁੰਦਾ ਜੀ, ਜਿਹੜਾ ਕੀ ਆ ਸਾਡੇ ਹੱਡੀ ਤੇ ਮਸਲ ਨੂੰ ਇੱਕ ਦੂਜੇ ਨਾਲ ਜੋੜਦਾ, ਉਹਨੂੰ ਕੀ ਕਹਿੰਦੇ ਆ ਅਸੀਂ, ਉਹਨੂੰ ਟੈਂਡਨ ਕਹਿ ਦਿੰਦੇ ਆ। ਉਹ ਤੋਂ ਬਾਅਦ ਕੀ ਆ ਗਿਆ, ਕਾਰਟਿਲੇਜ ਆ ਗਿਆ। ਕਾਰਟਿਲੇਜ ਕੀ ਹੁੰਦਾ ਜੀ, ਇੱਕ ਹੱਡੀ ਇਹ ਹੋ ਗਈ, ਇੱਕ ਹੱਡੀ ਇਹ ਹੋ ਗਈ ਜੀ। ਠੀਕ ਹੈ ਜੀ, ਦੋ ਹੱਡੀਆਂ ਦੇ ਵਿਚਕਾਰ ਕੀ ਹੁੰਦਾ ਦੇਖੋ ਰਾਜੇ, ਇੱਥੇ ਕੀ ਹੋਊਗਾ, ਕਾਰਟਿਲੇਜ ਹੋਊਗਾ। ਇਹ ਕੀ ਹੋਊਗਾ, ਕਾਰਟਿਲੇਜ ਹੋਊਗਾ। ਇਹ ਤੋਂ ਬਾਅਦ ਕੀ ਆ ਗਿਆ, ਲਿਗਾਮੈਂਟ ਕੀ ਹੁੰਦੇ ਆ ਜੀ, ਲਿਗਾਮੈਂਟ ਕੀ ਹੁੰਦੇ ਆ ਇਹ ਤੁਹਾਨੂੰ ਪਤਾ। ਇੱਕ ਵਾਰੀ ਮੈਸੇਜ ਕਰੋ, ਮੈਂ ਤੁਹਾਨੂੰ ਹੁਣ ਦੱਸ ਕੇ ਹਟਿਆ। ਉਮੀਦ ਕਰਦਾ ਵੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਟੈਂਡਨ ਕੀ ਹੁੰਦਾ, ਕਾਰਟਿਲੇਜ ਕੀ ਹੁੰਦੇ ਆ, ਲਿਗਾਮੈਂਟਸ ਕੀ ਹੁੰਦੇ ਆ ਜੀ। ਠੀਕ ਹੈ ਰਾਜੇ, ਜਲਦੀ ਮੈਸੇਜ ਕਰੋਗੇ ਕੀ ਆਨਸਰ ਆਊਗਾ। ਸਾਰੇ ਬੱਚੇ ਇੱਕ ਵਾਰੀ ਜਲਦੀ ਮੈਸੇਜ ਕਰੋਗੇ ਕੀ ਆਨਸਰ ਆਊਗਾ। ਦੇਖੋ ਜੀ ਸਵਾਲ ਦੇ ਵਿੱਚ ਕੀ ਪੁੱਛਿਆ ਵੀ ਜਿਹੜੀਆਂ ਓਲੰਪਿਕ ਗੇਮਾਂ ਨੇ, ਜਦੋਂ ਪਹਿਲੀ ਵਾਰ ਵਿਸ਼ਵ ਯੁੱਧ ਹੋਇਆ ਸੀ ਤੇ ਦੂਜੀ ਵਾਰ ਵਿਸ਼ਵ ਯੁੱਧ ਹੋਇਆ ਸੀ, ਉਦੋਂ ਕੀ ਆ ਰਾਜੇ ਓਲੰਪਿਕ ਗੇਮਾਂ ਨਹੀਂ ਹੋਈਆਂ ਸੀ, ਕੈਂਸਲ ਹੋ ਗਈਆਂ ਸੀ। ਕਿਹੜੇ ਸਾਲ ਦੇ ਵਿੱਚ ਜਿਹੜੀਆਂ ਓਲੰਪਿਕ ਗੇਮਾਂ ਨੇ ਉਹ ਕੈਂਸਲ ਹੋ ਗਈਆਂ ਸੀ, ਜਲਦੀ ਮੈਸੇਜ ਕਰ ਦਿਓ ਜੀ ਕੀ ਆਨਸਰ ਆਊਗਾ।
ठीक है जी। ਜਦੋਂ ਪਹਿਲੀ ਵਾਰ ਵਿਸ਼ਵ ਯੁੱਧ ਹੋਇਆ ਸੀ, ਦੂਜੀ ਵਾਰ ਵਿਸ਼ਵ ਯੁੱਧ ਹੋਇਆ ਸੀ, ਉਦੋਂ ਜਿਹੜੀਆਂ 올림픽 ਗੇਮਾਂ ਨੇ ਉਹ ਕੈਂਸਲ ਹੋ ਗਈਆਂ ਸੀ। ਕਿਹੜੇ ਸਾਲ ਦੇ ਵਿੱਚ ਹੋਈਆਂ ਸੀ ਜੀ? ਕੈਂਸਲ ਕਦੋਂ ਹੋਈਆਂ ਸੀ? 1916, 1940 ਜਾਂ 1944 ਦੇ ਵਿੱਚ। ਦੇਖੋ ਜੀ, A ਆਨਸਰ ਆਊਗਾ, B ਆਊਗਾ, C ਆਊਗਾ ਜਾਂ D ਆਊਗਾ? ਕੀ ਆਨਸਰ ਆਊਗਾ ਜੀ? ਠੀਕ ਹੈ ਜੀ, ਬਿਲकुल ਸਹੀ ਆਨਸਰ ਕਰ ਰਹੇ ਹੋ ਜੀ। ਜਦੋਂ ਦੇਖੋ ਪਹਿਲੀ ਵਾਰ ਵਿਸ਼ਵ ਯੁੱਧ ਕਦੋਂ ਲੱਗਿਆ ਸੀ? ਸਭ ਤੋਂ ਪਹਿਲਾਂ ਪਹਿਲੀ ਵਾਰ ਵਿਸ਼ਵ ਯੁੱਧ ਲੱਗਿਆ ਸੀ 1916 ਦੇ ਵਿੱਚ, ਪਹਿਲੀ ਵਾਰ ਵਿਸ਼ਵ ਯੁੱਧ ਲੱਗਿਆ ਸੀ। ਤਾਂ ਫਿਰ 1916 ਦੇ ਵਿੱਚ ਪਹਿਲੀ ਵਾਰ ਜਦੋਂ ਵਿਸ਼ਵ ਯੁੱਧ ਲੱਗਿਆ ਸੀਗਾ ਜੀ, ਤਾਂ ਜਿਹੜੀਆਂ 올림픽 ਗੇਮਾਂ ਨੇ ਇਹ ਕੈਂਸਲ ਹੋ ਗਈਆਂ ਸੀਗੀਆਂ ਜੀ। ਤੇ ਉਹ ਤੋਂ ਬਾਅਦ ਜੀ ਦੂਜੀ ਵਾਰ ਜਿਹੜਾ ਵਿਸ਼ਵ ਯੁੱਧ ਲੱਗਿਆ ਉਹ ਕਦੋਂ ਲੱਗਿਆ ਜੀ? 1940 ਤੇ 1944 ਦੇ ਵਿੱਚ ਦੂਜੀ ਵਾਰ ਕਿਆ ਵਿਸ਼ਵ ਯੁੱਧ ਲੱਗਿਆ ਸੀਗਾ ਜੀ। ਤਾਂ ਆਨਸਰ ਕੀ ਆ ਜਾਊਗਾ ਜੀ? ਬਿਲਕੁਲ ਸਹੀ ਆਨਸਰ ਕਰ ਰਹੇ ਹੋ। ਇਹ ਆਨਸਰ ਕੀ ਆ ਰਿਹਾ ਜੀ? ਬਿਲਕੁਲ ਸਹੀ ਹੈ ਜੀ। ਜਿਹੜੀਆਂ 올림픽 ਗੇਮਾਂ ਨੇ ਉਹ ਜੀ 1916 ਦੇ ਵਿੱਚ ਕੈਂਸਲ ਹੋ ਗਈਆਂ ਸੀ, ਤੇ ਇੱਕ 1940 ਤੇ ਇੱਕ 1944 ਦੇ ਵਿੱਚ ਕੀ ਹੈ ਇਹ ਗੇਮਾਂ ਕੈਂਸਲ ਹੋ ਗਈਆਂ ਸੀਗੀਆਂ ਜੀ। ਹੁਣ ਆਪਾਂ ਦੇਖਦੇ ਹਾਂ ਜੀ, ਦੇਖੋ ਜੀ ਜਿਵੇਂ ਕੀ ਲਿਖਿਆ 1920 ਲਿਖਿਆ ਹੋਇਆ। 1920 ਦੇ ਵਿੱਚ ਰਾਜੇ ਜਿਹੜੀਆਂ 올림픽 ਗੇਮਾਂ ਸੀ, ਸਮਰ 올림픽 ਗੇਮਾਂ ਸੀ, ਇਹ ਕਿੱਥੇ ਹੋਈਆਂ ਸੀ ਸਰ? ਇਹ ਗੇਮਾਂ ਐਂਟਵਰਪ ਦੇ ਵਿੱਚ ਹੋਈਆਂ ਸੀ 1920 ਦੇ ਵਿੱਚ। ਇਸ ਤੋਂ ਬਾਅਦ ਕੀ ਆ ਗਿਆ? ਦੇਖੋ ਰਾਜੇ 1944 ਦੇ ਵਿੱਚ ਗੇਮਾਂ ਕੀ ਹੋ ਗਈਆਂ ਸੀ? ਕੈਂਸਲ ਹੋ ਗਈਆਂ ਸੀ ਸਰ। ਤੇ ਇਸ ਤੋਂ ਬਾਅਦ ਆ ਗਿਆ 1948। 1948 ਦੇ ਵਿੱਚ ਗੇਮਾਂ ਕਿੱਥੇ ਹੋਈਆਂ ਸੀ ਸਰ? ਇਹ ਗੇਮਾਂ ਲੰਡਨ ਦੇ ਵਿੱਚ ਹੋਈਆਂ ਸੀ। ਕਿੱਥੇ ਹੋਈਆਂ ਸੀਗੀਆਂ ਜੀ? ਇਹ ਗੇਮਾਂ ਲੰਡਨ ਦੇ ਵਿੱਚ ਹੋਈਆਂ ਸੀਗੀਆਂ। ਇਸ ਤੋਂ ਬਾਅਦ ਦੇਖੋ ਰਾਜੇ ਜਿਵੇਂ 1940 ਦੇ ਵਿੱਚ ਸਰ ਗੇਮਾਂ ਨਹੀਂ ਹੋਈਆਂ ਸੀ ਦੂਜੇ ਵਿਸ਼ਵ ਯੁੱਧ ਦੇ ਕਰਕੇ। 1944 ਦੇ ਵਿੱਚ ਸਰ ਗੇਮਾਂ ਨਹੀਂ ਹੋਈਆਂ ਸੀ ਦੂਜੇ ਵਿਸ਼ਵ ਯੁੱਧ ਦੇ ਕਰਕੇ। ਇਸ ਤੋਂ ਬਾਅਦ ਆ ਗਿਆ 1916 ਦੇ ਵਿੱਚ ਗੇਮਾਂ ਨਹੀਂ ਹੋਈਆਂ ਸੀ ਸਰ ਪਹਿਲੇ ਵਿਸ਼ਵ ਯੁੱਧ ਦੇ ਕਰਕੇ। ਹੁਣ ਦੇਖੋ ਜੀ 1936 ਦੇ ਵਿੱਚ ਜਿਹੜੀਆਂ ਸਮਰ 올림픽 ਗੇਮਾਂ ਸੀ ਉਹ ਕਿੱਥੇ ਹੋਈਆਂ ਸੀ ਸਰ? ਇਹ ਗੇਮਾਂ ਬਰਲਿਨ ਦੇ ਵਿੱਚ ਹੋਈਆਂ ਸੀ 1936 ਦੇ ਵਿੱਚ ਜੀ। ਇਸ ਤੋਂ ਬਾਅਦ ਆ ਗਿਆ ਜੀ 1940 ਦੇ ਵਿੱਚ ਗੇਮਾਂ ਨਹੀਂ ਹੋਈਆਂ ਸੀ। ਹੁਣ ਅਸੀਂ ਦੇਖਦੇ ਹਾਂ ਰਾਜੇ ਜਿਹੜੀਆਂ ਸਮਰ 올림픽 ਗੇਮਾਂ ਸੀ, ਆਧੁਨਿਕ ਸਮਰ 올림픽 ਗੇਮਾਂ, ਉਹ ਪਹਿਲੀ ਵਾਰ ਕਿੱਥੇ ਹੋਈਆਂ? ਤਾਂ ਆਨਸਰ ਕੀ ਕਰਾਂਗੇ ਸਰ? ਇਹ ਗੇਮਾਂ ਪਹਿਲੀ ਵਾਰ ਕਿੱਥੇ ਹੋਈਆਂ ਸੀ? ਗ੍ਰੀਸ ਦੇ ਵਿੱਚ ਹੋਈਆਂ ਸੀ ਸਰ। ਇਹ ਤਾਂ ਸਾਨੂੰ ਪਤਾ ਲੱਗ ਗਿਆ ਵੀ ਜਿਹੜੀਆਂ ਸਮਰ 올림픽 ਗੇਮਾਂ ਨੇ ਪਹਿਲੀ ਵਾਰ ਕਿੱਥੇ ਹੋਈਆਂ ਸੀ? ਗ੍ਰੀਸ ਦੇ ਵਿੱਚ ਹੋਈਆਂ ਸੀ। ਹੁਣ ਇਹ ਵੀ ਦੱਸ ਦਿਓ ਕਿਹੜੇ ਸਾਲ ਦੇ ਵਿੱਚ ਹੋਈਆਂ ਸੀਗੀਆਂ। ਤਾਂ ਅਸੀਂ ਆਨਸਰ ਕੀ ਕਰਾਂਗੇ ਜੀ? ਮੈਸੇਜ ਕਰੋ ਜੀ, ਇਹ ਜਿਹੜੀਆਂ ਗੇਮਾਂ ਸੀ ਪਹਿਲੀ ਵਾਰ ਕਿਹੜੇ ਸਾਲ ਦੇ ਵਿੱਚ ਹੋਈਆਂ ਸੀਗੀਆਂ ਜੀ। ਠੀਕ ਹੈ ਜੀ, ਬਿਲਕੁਲ ਸਹੀ ਆਨਸਰ ਕਰ ਰਹੇ ਹੋ। ਸਾਰੇ ਬੱਚੇ ਮੈਸੇਜ ਕਰੋਗੇ ਪਹਿਲੀ ਵਾਰ ਕਿਹੜੇ ਸਾਲ ਦੇ ਵਿੱਚ ਇਹ ਗੇਮਾਂ ਹੋਈਆਂ ਸੀਗੀਆਂ। ਹੁਣ ਦੇਖੋ ਰਾਜੇ ਇਹ ਸਾਨੂੰ ਪਤਾ ਲੱਗ ਗਿਆ, ਜਿਵੇਂ ਕਿ ਇੱਥੇ ਟੋਕੀਓ ਲਿਖਿਆ ਹੋਇਆ, ਜਿਹੜੀਆਂ 2020 ਦੇ ਵਿੱਚ ਸਮਰ 올림픽 ਗੇਮਾਂ ਸੀ ਉਹ ਕਿੱਥੇ ਹੋਈਆਂ ਸੀਗੀਆਂ ਜੀ ਸਰ? ਉਹ ਗੇਮਾਂ ਟੋਕੀਓ ਦੇ ਵਿੱਚ ਹੋਈਆਂ ਸੀ, ਜਾਪਾਨ ਦੇ ਵਿੱਚ ਇਹ ਗੇਮਾਂ ਹੋਈਆਂ ਸੀ 2020 ਦੇ ਵਿੱਚ ਜੀ। ਤੇ ਇੰਡੀਆ ਦੇ ਟੋਟਲ ਮੈਡਲ ਕਿੰਨੇ ਆਏ ਸੀ ਸਰ? ਟੋਟਲ ਮੈਡਲ ਆਏ ਸੀ 7। ਠੀਕ ਹੈ ਜੀ, ਤੁਸੀਂ ਮੈਸੇਜ ਕਰੋ ਰਾਜੇ ਜਿਹੜੀਆਂ ਪਹਿਲੀ ਵਾਰ ਸਮਰ 올림픽 ਗੇਮਾਂ ਸੀ ਉਹ ਕਿਹੜੇ ਸਾਲ ਦੇ ਵਿੱਚ ਹੋਈਆਂ ਸੀ। ਇਹ ਤਾਂ ਆਪਾਂ ਨੂੰ ਪਤਾ ਲੱਗ ਗਿਆ ਵੀ ਗ੍ਰੀਸ ਦੇ ਵਿੱਚ ਹੋਈਆਂ ਸੀਗੀਆਂ, ਬਟ ਕਿਹੜੇ ਸਾਲ ਦੇ ਵਿੱਚ ਹੋਈਆਂ ਸੀ। ਇਸ ਤੋਂ ਬਾਅਦ ਆ ਗਿਆ ਜੀ 2024 ਦੇ ਵਿੱਚ ਸਰ ਗੇਮਾਂ ਕਿੱਥੇ ਹੋਈਆਂ ਸੀ? ਇਹ ਗੇਮਾਂ ਪੈਰਿਸ ਦੇ ਵਿੱਚ ਹੋਈਆਂ ਸੀਗੀਆਂ। ਤੇ ਇੰਡੀਆ ਦੇ ਕਿੰਨੇ ਮੈਡਲ ਆਏ ਸੀ ਟੋਟਲ? ਇੰਡੀਆ ਦੇ ਟੋਟਲ 6 ਮੈਡਲ ਆਏ ਸੀਗੇ ਜੀ। ਇਸ ਤੋਂ ਬਾਅਦ ਆ ਗਿਆ ਜੀ 2028 ਦੇ ਵਿੱਚ ਜਿਹੜੀਆਂ ਸਮਰ 올림픽 ਗੇਮਾਂ ਨੇ ਉਹ ਕਿੱਥੇ ਹੋਣੀਆਂ ਨੇ ਸਰ? ਉਹ ਗੇਮਾਂ ਲਾਸ ਐਂਜਲਸ ਦੇ ਵਿੱਚ ਹੋਣੀਆਂ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ 2032 ਦੇ ਵਿੱਚ ਇਹ ਗੇਮਾਂ ਕਿੱਥੇ ਹੋਣੀਆਂ ਨੇ? ਆਸਟ੍ਰੇਲੀਆ ਦੇ ਵਿੱਚ ਹੋਣੀਆਂ ਜੀ, ਬ੍ਰਿਸਬੇਨ ਆਸਟ੍ਰੇਲੀਆ ਦੇ ਵਿੱਚ ਹੋਣੀਆਂ ਨੇ। ਤੁਹਾਨੂੰ ਰਾਜੇ ਪਤਾ ਹੋਣਾ ਚਾਹੀਦਾ, ਜਿਵੇਂ ਕਿ ਦੇਖੋ ਜੀ ਜਿਵੇਂ 2012 ਦੇ ਵਿੱਚ ਜਿਹੜੀਆਂ 2012 ਦੇ ਵਿੱਚ ਸਮਰ 올림픽 ਗੇਮਾਂ ਨੇ ਇਹ ਕਿੱਥੇ ਹੋਈਆਂ ਸੀ? ਮੈਸੇਜ ਕਰੋ ਇੱਕ ਵਾਰੀ ਸਰ। 2012 ਦੇ ਵਿੱਚ ਜਿਹੜੀਆਂ ਸਮਰ 올림픽 ਗੇਮਾਂ ਨੇ ਇਹ ਜੀ ਲੰਡਨ ਦੇ ਵਿੱਚ ਹੋਈਆਂ ਸੀ। ਕਿੱਥੇ ਹੋਈਆਂ ਸੀ ਰਾਜੇ? ਲੰਡਨ ਦੇ ਵਿੱਚ ਇਹ ਗੇਮਾਂ ਹੋਈਆਂ ਸੀ। ਤੇ ਇੰਡੀਆ ਦੇ ਟੋਟਲ ਮੈਡਲ ਕਿੰਨੇ ਆਏ ਸੀਗੇ ਜੀ ਸਰ? ਇੰਡੀਆ ਦੇ ਟੋਟਲ ਮੈਡਲ 6 ਮੈਡਲ ਆਏ ਸੀਗੇ ਜੀ ਇੰਡੀਆ ਦੇ ਟੋਟਲ। ਠੀਕ ਹੈ ਜੀ, ਇਹ ਸਰ ਸਾਨੂੰ ਪਤਾ ਲੱਗ ਗਿਆ। ਹੁਣ 2016 ਵੀ ਦੱਸ ਦਿਓ। 2016 ਦੇ ਵਿੱਚ ਜਿਹੜੀਆਂ ਸਮਰ 올림픽 ਗੇਮਾਂ ਸੀ ਉਹ ਕਿੱਥੇ ਹੋਈਆਂ ਸੀਗੀਆਂ ਜੀ? ਮੈਸੇਜ ਕਰੋ ਇੱਕ ਵਾਰ। ਇਹ ਗੇਮਾਂ ਕਿੱਥੇ ਜੀ? ਰੀਓ ਡੀ ਜਨੇਰੀਓ ਦੇ ਵਿੱਚ ਇਹ ਗੇਮਾਂ, ਬ੍ਰਾਜ਼ੀਲ ਦੇ ਵਿੱਚ ਇਹ ਗੇਮਾਂ ਹੋਈਆਂ ਸੀਗੀਆਂ ਜੀ। ਇੰਡੀਆ ਦੇ ਟੋਟਲ ਮੈਡਲ ਕਿੰਨੇ ਆਏ ਸੀ? ਇੰਡੀਆ ਦੇ ਟੋਟਲ ਮੈਡਲ 2 ਆਏ ਸੀਗੇ ਜੀ। ਠੀਕ ਹੈ ਜੀ ਸਰ, ਸਾਨੂੰ ਇਹ ਵੀ ਪਤਾ ਲੱਗ ਗਿਆ ਵੀ 2012 ਦੇ ਵਿੱਚ ਸਮਰ 올림픽 ਗੇਮਾਂ ਲੰਡਨ ਦੇ ਵਿੱਚ ਹੋਈਆਂ ਸੀ। ਇੰਡੀਆ ਦੇ 6 ਮੈਡਲ ਆਏ ਸੀ ਟੋਟਲ ਜੀ। ਤੇ ਸਾਨੂੰ ਇਹ ਵੀ ਪਤਾ ਲੱਗ ਗਿਆ ਵੀ 2016 ਦੇ ਵਿੱਚ ਜਿਹੜੀਆਂ ਸਮਰ 올림픽 ਗੇਮਾਂ ਸੀ ਉਹ ਰੀਓ ਡੀ ਜਨੇਰੀਓ ਦੇ ਵਿੱਚ ਹੋਈਆਂ ਸੀ, ਬ੍ਰਾਜ਼ੀਲ ਦੇ ਵਿੱਚ ਹੋਈਆਂ ਸੀ। ਇੰਡੀਆ ਦੇ ਟੋਟਲ ਮੈਡਲ ਕਿੰਨੇ ਆਏ ਸੀ ਸਰ? 2 ਆਏ ਸੀ।
ਤੇ 2020-21 ਦੇ ਵਿੱਚ ਸਮਰ 올림픽 ਗੇਮਾਂ ਟੋਕੀਓ ਜਾਪਾਨ ਦੇ ਵਿੱਚ ਹੋਈਆਂ ਸੀ ਤੇ ਇੰਡੀਆ ਦੇ ਟੋਟਲ ਮੈਡਲ ਕਿੰਨੇ ਆਏ ਸੀ? 7 ਆਏ ਸੀਗੇ ਜੀ। ਤੇ 2024 ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਜੀ ਇਹ ਜਿਹੜੀਆਂ ਸਮਰ 올림픽 ਗੇਮਾਂ ਸੀ ਕਿੱਥੇ ਹੋਈਆਂ ਸੀਗੀਆਂ? ਪੈਰਿਸ ਦੇ ਵਿੱਚ ਹੋਈਆਂ ਸੀ। ਇੰਡੀਆ ਦੇ ਕਿੰਨੇ ਮੈਡਲ ਆਏ ਸੀ? ਟੋਟਲ 6 ਮੈਡਲ ਆਏ ਸੀਗੇ ਜੀ। ਠੀਕ ਹੈ ਜੀ। ਤੇ 2028 ਦੇ ਵਿੱਚ ਤੁਸੀਂ ਯਾਦ ਰੱਖੋਗੇ 2028 ਦੇ ਵਿੱਚ ਲਾਸ ਐਂਜਲਸ ਦੇ ਵਿੱਚ ਗੇਮਾਂ ਹੋਣੀਆਂ ਤੇ 2032 ਦੇ ਵਿੱਚ ਬ੍ਰਿਸਬੇਨ ਆਸਟ੍ਰੇਲੀਆ ਦੇ ਵਿੱਚ ਇਹ ਗੇਮਾਂ ਹੋਣੀਆਂ ਨੇ। ਇੱਕ ਵਾਰੀ ਮੈਸੇਜ ਕਰ ਦਿਓ ਰਾਜੇ ਤੁਹਾਨੂੰ ਇੱਥੋਂ ਤੱਕ ਸਮਝ ਲੱਗਿਆ, ਫਿਰ ਆਪਾਂ ਅੱਗੇ ਮੂਵ ਕਰਦੇ ਹਾਂ। ਹਾਂਜੀ ਹਾਂ ਰਾਜੇ ਬਿਲਕੁਲ ਸਹੀ ਆ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਠੀਕ ਹੈ ਜੀ। ਓਕੇ ਜਲਦੀ ਮੈਸੇਜ ਕਰ ਦੋਗੇ ਕੀ ਆਨਸਰ ਆਊਗਾ। ਦੇਖੋ ਕੀ ਲਿਖਿਆ ਹੋਇਆ ਅਨੋਟਮੀ ਕੀ ਹੁੰਦੀ ਆ। ਤੁਸੀਂ ਇਹਦੇ ਵਿੱਚ ਕੀ ਦੱਸਣਾ ਵੀ ਅਨੋਟਮੀ ਦਾ ਮੀਨਿੰਗ ਕੀ ਹੁੰਦਾ ਜਾਂ ਫਿਰ ਜਿਹੜੀ ਅਨੋਟਮੀ ਹੁੰਦੀ ਆ ਉਹ ਕਿਹਦੇ ਨਾਲ ਡੀਲ ਕਰਦੀ ਆ ਜਾਂ ਫਿਰ ਜਦੋਂ ਅਸੀਂ ਅਨੋਟਮੀ ਦੀ ਸਟੱਡੀ ਕਰਦੇ ਆ ਉਹਨੂੰ ਕੀ ਕਹਿੰਦੇ ਆ ਅਸੀਂ। ਮੋਸਟ ਇੰਪੋਰਟੈਂਟ ਸਵਾਲ ਆ ਇਹ ਪੇਪਰ ਦੇ ਵਿੱਚ ਹਰ ਵਾਰ ਆਉਂਦਾ ਜੀ। ਤਾਂ ਜਲਦੀ ਮੈਸੇਜ ਕਰ ਦਿਓ ਰਾਜੇ ਜਦੋਂ ਅਸੀਂ ਅਨੋਟਮੀ ਦੀ ਸਟੱਡੀ ਕਰਦੇ ਆ ਉਹਨੂੰ ਕੀ ਕਹਿੰਦੇ ਆ, ਕੀ ਆਨਸਰ ਆਊਗਾ ਜੀ। ਉਹਨੂੰ ਕੀ ਕਹਿੰਦੇ ਆ। ਇਹਦੇ ਵਿੱਚ ਅਸੀਂ ਕੀ ਕਰਦੇ ਆ ਜੀ, ਏ ਆਪਸ਼ਨ ਦੇ ਵਿੱਚ ਕੀ ਲਿਖਿਆ ਜੀ, ਇਹਦੇ ਵਿੱਚ ਅਸੀਂ ਦੇਖਦੇ ਆ ਵੀ ਜਿਹੜੀ ਸਾਡੀ ਹਿਊਮਨ ਬੋਡੀ ਹੁੰਦੀ ਆ ਉਹਦੇ ਵਿੱਚ ਜਿੰਨੇ ਵੀ ਔਰਗਨ ਹੁੰਦੇ ਆ ਉਹ ਫੰਕਸ਼ਨ ਕਿਵੇਂ ਕਰਦੇ ਆ। ਬੀ ਦੇ ਵਿੱਚ ਕੀ ਲਿਖਿਆ ਜੀ, ਜਿਹੜੀ ਸਾਡੀ ਹਿਊਮਨ ਬੋਡੀ ਆ ਜੀ ਉਹਦੀ ਬਣਤਰ ਕਿਹੋ ਜੀ ਆ, ਉਹਦਾ ਆਕਾਰ ਕਿਹੋ ਜਿਹਾ ਜੀ। ਸੀ ਦੇ ਵਿੱਚ ਕੀ ਲਿਖਿਆ ਜੀ, ਇਹਦੇ ਵਿੱਚ ਅਸੀਂ ਸਟੱਡੀ ਕਰਦੇ ਆ ਜੀ ਵੀ ਜਿਹੜੀ ਸਾਡੀ ਹਿਊਮਨ ਬੋਡੀ ਆ ਉਹ ਮੂਵਮੈਂਟ ਕਿਵੇਂ ਕਰਦੀ ਆ ਜੀ। ਡੀ ਦੇ ਵਿੱਚ ਕੀ ਲਿਖਿਆ ਜੀ, ਇਹਦੇ ਵਿੱਚ ਅਸੀਂ ਸਟੱਡੀ ਕਰਦੇ ਆ ਵੀ ਕੋਈ ਵੀ ਵਿਅਕਤੀ ਆ ਉਹਦਾ ਬਿਹੇਵੀਅਰ ਕਿਹੋ ਜਿਹਾ। ਹੁਣ ਆਪਾਂ ਚਾਰੇ ਆਪਸ਼ਨਾਂ ਦੇਖਾਂਗੇ ਇਹਨਾਂ ਦਾ ਮੀਨਿੰਗ ਕੀ ਆ ਜੀ। ਇੱਕ ਵਾਰੀ ਤੁਸੀਂ ਜਲਦੀ ਆਨਸਰ ਕਰੋ ਜੀ। ਹਾਂਜੀ ਹਾਂ ਬਿਲਕੁਲ ਸਹੀ ਆਨਸਰ ਕਰ ਰਹੇ ਹੋ ਜੀ। ਕੀ ਆਨਸਰ ਆਊਗਾ? ਏ ਆਨਸਰ ਕੀ ਆ ਰਾਜੇ? ਬਿਲਕੁਲ ਗਲਤ ਹੈ ਜੀ ਜੋ ਤੁਸੀਂ ਕਰ ਰਹੇ ਹੋ। ਸੋ ਬੀ ਆਨਸਰ ਆਊਗਾ ਜੀ ਇਹਦਾ। ਅਨੋਟਮੀ ਕੀ ਹੁੰਦੀ ਆ ਜੀ, ਜਿਹਦੇ ਵਿੱਚ ਅਸੀਂ ਕੀ ਕਰਦੇ ਆ, ਸਟੱਡੀ ਕਰਦੇ ਆ ਵੀ ਜਿਹੜੀ ਇਹ ਹਿਊਮਨ ਬੋਡੀ ਆ ਇਹਦੀ ਬਣਤਰ ਕਿਹੋ ਜੀ ਆ, ਇਹਦਾ ਆਕਾਰ ਕਿਹੋ ਜਿਹਾ ਜੀ। ਇਹਨੂੰ ਕੀ ਕਹਿੰਦੇ ਆ ਰਾਜੇ? ਅਸੀਂ ਇਹਨੂੰ ਅਨੋਟਮੀ ਕਹਿ ਦਿੰਦੇ ਆ। ਤੁਸੀਂ ਆਨਸਰ ਕੀ ਕਰ ਰਹੇ ਹੋ ਜੀ ਵੀ ਇਹਦੇ ਵਿੱਚ ਅਸੀਂ ਕੀ ਸਟੱਡੀ ਕਰਦੇ ਆ ਵੀ ਜਿਹੜੀ ਹਿਊਮਨ ਬੋਡੀ ਆ ਉਹਦੇ ਵਿੱਚ ਜਿੰਨੇ ਵੀ ਔਰਗਨ ਨੇ ਉਹ ਕੰਮ ਕਿਵੇਂ ਕਰਦੇ ਨੇ। ਰਾਜੇ ਇਹਨੂੰ ਤਾਂ ਅਸੀਂ ਕੀ ਕਹਿੰਦੇ ਆ, ਇਹਨੂੰ ਤਾਂ ਫਿਜ਼ੀਓਲੋਜੀ ਕਹਿ ਦਿੰਦੇ ਆ ਨਾ ਵੀ ਜਿਹੜੀ ਸਾਡੀ ਹਿਊਮਨ ਬੋਡੀ ਆ ਉਹਦੇ ਵਿੱਚ ਜਿੰਨੇ ਵੀ ਔਰਗਨ ਆ ਜਾਂ ਫਿਰ ਜਿਹੜੀ ਹਿਊਮਨ ਬੋਡੀ ਆ ਉਹ ਫੰਕਸ਼ਨ ਕਿਵੇਂ ਕਰਦੀ ਆ। ਜਦੋਂ ਅਸੀਂ ਉਹਦੀ ਸਟੱਡੀ ਕਰ ਰਹੇ ਹਾਂ ਤਾਂ ਉਹਨੂੰ ਅਸੀਂ ਫਿਜ਼ੀਓਲੋਜੀ ਕਹਿ ਦਿੰਦੇ ਆ। ਜਿਵੇਂ ਦੇਖੋ ਰਾਜੇ ਜਿਹੜੇ ਸਾਡੇ ਫੇਫੜੇ ਹੁੰਦੇ ਨੇ, ਲੰਗਸ ਹੁੰਦੇ ਨੇ, ਉਹ ਕੰਮ ਕੀ ਕਰਦੇ ਆ। ਮੈਸੇਜ ਕਰੋ ਸਾਰੇ। ਜਿਵੇਂ ਸਾਡਾ ਜੋ ਹਾਰਟ ਹੋ ਗਿਆ, ਸਾਡਾ ਜੋ ਹਿਰਦੇ ਹੋ ਗਿਆ, ਦਿਲ ਹੋ ਗਿਆ, ਉਹਦਾ ਫੰਕਸ਼ਨ ਕੀ ਹੁੰਦਾ। ਕਿਡਨੀ ਹੋ ਗਈ ਉਹਦਾ ਫੰਕਸ਼ਨ ਕੀ ਹੁੰਦਾ। ਲੀਵਰ ਹੋ ਗਿਆ ਜੀ ਉਹਦਾ ਫੰਕਸ਼ਨ ਕੀ ਹੁੰਦਾ ਜੀ। ਇੱਕ ਵਾਰੀ ਜਲਦੀ ਮੈਸੇਜ ਕਰ ਦਿਓ ਫਿਰ ਆਪਾਂ ਅੱਗੇ ਮੂਵ ਕਰਦੇ ਹਾਂ। ਆਪਾਂ ਨੂੰ ਪਤਾ ਲੱਗ ਗਿਆ ਅਨੋਟਮੀ ਕੀ ਹੁੰਦੀ ਆ, ਜਿਹਦੇ ਵਿੱਚ ਅਸੀਂ ਹਿਊਮਨ ਬੋਡੀ ਆ ਜਿਹੜੀ ਉਹਦੀ ਬਣਤਰ ਕਿਹੋ ਜਿਹੀ ਆ, ਉਹਦਾ ਆਕਾਰ ਕਿਹੋ ਜਿਹਾ ਜੀ, ਉਹਦੀ ਸਟੱਡੀ ਕਰਦੇ ਆ। ਉਹਨੂੰ ਕੀ ਕਹਿੰਦੇ ਆ ਅਸੀਂ, ਅਨੋਟਮੀ ਕਹਿ ਦਿੰਦੇ ਆ ਜੀ। ਠੀਕ ਹੈ ਰਾਜੇ ਬਿਲਕੁਲ ਸਹੀ ਆਨਸਰ ਕੀਤਾ। ਇੱਕ ਬੱਚੇ ਨੇ ਆਨਸਰ ਕੀਤਾ ਜੀ ਵੀ ਸਰ ਜਿਹੜੇ ਸਾਡੇ ਫੇਫੜੇ ਹੁੰਦੇ ਆ ਜੀ, ਠੀਕ ਹੈ ਜੀ, ਜੋ ਲੰਗਸ ਹੁੰਦੇ ਆ ਉਹ ਕੰਮ ਕੀ ਕਰਦੇ ਆ ਜੀ। ਇੱਥੇ ਕੀ ਕੰਮ ਹੁੰਦਾ ਜੀ, ਇੱਥੇ ਬਲੱਡ ਕੀ ਹੁੰਦਾ, ਆਕਸੀਜਨੇਟਡ ਹੁੰਦਾ ਜੀ। ਬਿਲਕੁਲ ਸਹੀ ਆ ਜੀ, ਐਕਸੀਲੈਂਟ ਰਾਜੇ। ਇਹ ਤਾਂ ਹੋ ਗਿਆ ਜੀ ਜਿਹੜੇ ਸਾਡੇ ਫੇਫੜੇ ਆ ਉਹ ਕੰਮ ਕੀ ਕਰਦੇ ਆ, ਉਹ ਬਲੱਡ ਨੂੰ ਆਕਸੀਜਨੇਟਡ ਕਰਦੇ ਨੇ। ਇਹ ਤੋਂ ਬਾਅਦ ਕੀ ਆ ਗਿਆ ਜੀ, ਜੋ ਸਾਡਾ ਦਿਲ ਹੁੰਦਾ ਜੀ ਇਹਦਾ ਫੰਕਸ਼ਨ ਕੀ ਹੁੰਦਾ, ਇਹ ਕੰਮ ਕੀ ਕਰਦਾ ਜੀ। ਜਿਹੜਾ ਸਾਡਾ ਹਾਰਟ ਹੁੰਦਾ ਜੀ, ਜੋ ਸਾਡਾ ਦਿਲ ਹੁੰਦਾ, ਇਹ ਕੰਮ ਕੀ ਕਰਦਾ ਜੀ, ਇਹ ਬਲੱਡ ਨੂੰ ਪੂਰੀ ਬੋਡੀ ਦੇ ਵਿੱਚ ਪੰਪ ਕਰਦਾ। ਠੀਕ ਹੈ ਜੀ, ਇਹ ਬਲੱਡ ਨੂੰ ਕੀ ਕਰਦਾ, ਪੂਰੀ ਬੋਡੀ ਦੇ ਵਿੱਚ ਪੰਪ ਕਰਦਾ। ਠੀਕ ਹੈ ਜੀ। ਹੁਣ ਦੇਖੋ ਇਹ ਤੋਂ ਬਾਅਦ ਆ ਗਈ ਕਿਡਨੀ। ਕਿਡਨੀ ਦਾ ਕੰਮ ਕੀ ਹੁੰਦਾ ਜੀ, ਇਹ ਬਲੱਡ ਨੂੰ ਫਿਲਟਰ ਕਰਦੀ ਹੈ ਜੀ। ਇਹ ਕੀ ਕਰਦੀ ਆ, ਬਲੱਡ ਨੂੰ ਫਿਲਟਰ ਕਰਦੀ ਆ। ਜਦੋਂ ਅਸੀਂ ਇਹਦੀ ਸਟੱਡੀ ਕਰਦੇ ਹਾਂ ਤਾਂ ਉਹਨੂੰ ਕੀ ਕਹਿੰਦੇ ਆ ਰਾਜੇ, ਅਸੀਂ ਫਿਜ਼ੀਓਲੋਜੀ ਕਹਿ ਦਿੰਦੇ ਆ। ਠੀਕ ਹੈ ਜੀ। ਹੁਣ ਦੇਖੋ ਕੀ ਲਿਖਿਆ ਵੀ ਜਿਹੜੀ ਹਿਊਮਨ ਬੋਡੀ ਆ ਉਹ ਮੂਵਮੈਂਟ ਕਿਵੇਂ ਕਰਦੀ ਆ, ਤੇ ਉਹਨੂੰ ਕੀ ਕਹਿੰਦੇ ਆ ਅਸੀਂ, ਉਹਨੂੰ ਕਿਨਸੀਓਲੋਜੀ ਕਹਿ ਦਿੰਦੇ ਆ। ਵੀ ਜਿਹੜੀ ਸਾਡੀ ਹਿਊਮਨ ਬੋਡੀ ਆ ਉਹ ਮੋਸ਼ਨ ਕਿਵੇਂ ਕਰਦੀ ਆ ਜੀ, ਉਹ ਮੂਵਮੈਂਟ ਕਿਵੇਂ ਕਰਦੀ ਆ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੈਂ ਜਾ ਰਿਹਾ, ਠੀਕ ਹੈ, ਇਹ ਕੀ ਕਰ ਰਿਹਾ, ਮੈਂ ਮੋਸ਼ਨ ਕਰ ਰਿਹਾ ਜੀ, ਬਟ ਮੂਵਮੈਂਟ ਕੀ ਹੁੰਦਾ, ਮੈਂ ਇੱਕ ਜਗ੍ਹਾ ਤੇ ਖੜ ਕੇ ਆਪਣੇ ਹੱਥਾਂ ਨੂੰ ਹਿਲਾ ਰਿਹਾ ਜੀ, ਠੀਕ ਹੈ, ਆਪਣੀ ਗਰਦਨ ਨੂੰ ਹਿਲਾ ਰਿਹਾ। ਇਹਨੂੰ ਕੀ ਕਹਾਂਗੇ ਅਸੀਂ, ਇਹਨੂੰ ਮੂਵਮੈਂਟ ਕਹਾਂਗੇ। ਬਟ ਦੇਖੋ ਜੀ ਕਿਨਸੀਓਲੋਜੀ ਕੀ ਹੁੰਦਾ ਜੀ, ਜਿਹਦੇ ਵਿੱਚ ਅਸੀਂ ਸਟੱਡੀ ਕਰਦੇ ਹਾਂ ਵੀ ਜਿਹੜੀ ਸਾਡੀ ਹਿਊਮਨ ਬੋਡੀ ਆ ਉਹ ਮੂਵਮੈਂਟ ਕਿਵੇਂ ਕਰਦੀ ਆ, ਉਹ ਮੋਸ਼ਨ ਕਿਵੇਂ ਕਰਦੀ ਆ, ਉਹਨੂੰ ਕੀ ਕਹਿੰਦੇ ਆ ਅਸੀਂ, ਕਿਨਸੀਓਲੋਜੀ ਕਹਿ ਦਿੰਦੇ ਆ। ਹੁਣ ਦੇਖੋ ਇਹਦਾ ਮੀਨਿੰਗ ਤੁਹਾਨੂੰ ਪਤਾ ਲੱਗ ਗਿਆ। ਹੁਣ ਇਹ ਵੀ ਆਨਸਰ ਕਰ ਦਿਓ ਵੀ ਜਿਹੜੀ ਕਿਨਸੀਓਲੋਜੀ ਹੁੰਦੀ ਆ ਉਹਦੇ ਫਾਦਰ ਕਿਹਨੂੰ ਕਿਹਾ ਜਾਂਦਾ। ਕਿਨਸੀਓਲੋਜੀ ਦੇ ਫਾਦਰ ਕਿਹਨੂੰ ਕਿਹਾ ਜਾਂਦਾ, ਇੱਕ ਵਾਰੀ ਜਲਦੀ ਮੈਸੇਜ ਕਰ ਦਿਓ ਜੀ, ਫਿਰ ਆਪਾਂ ਅੱਗੇ ਮੂਵ ਕਰਦੇ ਹਾਂ।
हाँ देखो एक बच्चे ने ਉਹੀ ਕੰਮ ਕਰਤਾ जी, कहता किन्सियोलॉजी के फादर HC बक ਨੂੰ ਕਿਹਾ ਜਾਂਦਾ। कमाल हो गया। ठीक है राजे, ਹੁਣ देखो किन्सियोलॉजी के फादर किहनूं ਕਿਹਾ ਜਾਂਦਾ जी, आंसर की करांगे अरिस्टोटले ਨੂੰ ਕਿਹਾ ਜਾਂਦਾ जी। किन्सियोलॉजी के फादर किहनूं जी, अरिस्टोटले ਨੂੰ ਕਿਹਾ ਜਾਂਦਾ। ਹੁਣ देखो जी रियलिज्म के फादर किहनूं ਕਿਹਾ ਜਾਂਦਾ सर, ਇਹ भी ਕੀ ਆ जी, अरिस्टोटले ਨੂੰ ਕਿਹਾ ਜਾਂਦਾ। ठीक है जी, किन्सियोलॉजी के फादर अरिस्टोटले ਨੂੰ ਕਿਹਾ ਜਾਂਦਾ, रियलिज्म के फादर अरिस्टोटले ਨੂੰ ਕਿਹਾ ਜਾਂਦਾ। ਇਹ ਤੋਂ ਬਾਅਦ ਕੀ ਆ ਗਿਆ ਜੀ, ਮਨੋਵਿਗਿਆਨ ਕੀ ਹੁੰਦੀ ਆ, ਸਾਈਕੋਲੋਜੀ ਕੀ ਹੁੰਦੀ ਆ, ਇਹਦਾ ਮੀਨਿੰਗ ਕੀ ਹੁੰਦਾ। ਇਹਦਾ ਮੀਨਿੰਗ ਕੀ ਹੁੰਦਾ ਜੀ, ਕੋਈ ਵੀ ਵਿਅਕਤੀ ਹੋ ਗਿਆ ਉਹਦਾ ਬਿਹੇਵੀਅਰ ਕਿਹੋ ਜਿਹਾ, ਜਦੋਂ ਅਸੀਂ ਉਹ ਚੈੱਕ ਕਰ ਰਹੇ ਹਾਂ, ਉਹਦੀ ਸਟੱਡੀ ਕਰ ਰਹੇ ਹਾਂ, ਉਹਨੂੰ ਕੀ ਕਹਿੰਦੇ ਆ ਅਸੀਂ, ਸਾਈਕੋਲੋਜੀ ਕਹਿ ਦਿੰਦੇ ਆ। ਤਾਂ ਜਲਦੀ ਮੈਸੇਜ ਕਰ ਦਿਓ, ਸਾਈਕੋਲੋਜੀ ਦੇ ਫਾਦਰ ਕਿਹਨੂੰ ਕਿਹਾ ਜਾਂਦਾ ਜੀ। ਜੇਕਰ ਤੁਹਾਨੂੰ ਕਲਾਸ ਸਮਝ ਲੱਗ ਰਹੀ ਆ ਤਾਂ ਕਲਾਸ ਨੂੰ ਲਾਈਕ ਕਰ ਦਿਓ, ਆਪਣੇ ਦੋਸਤਾਂ ਤੱਕ ਸੈਂਡ ਕਰ ਦਿਓ ਜੀ। ਓਕੇ ਰਾਜੇ, ਜਲਦੀ ਮੈਸੇਜ ਕਰ ਦੋਗੇ ਕੀ ਆਨਸਰ ਆਊਗਾ ਜੀ। ਜਦੋਂ ਅਸੀਂ ਸੈੱਲ ਦੀ ਸਟੱਡੀ ਕਰ ਰਹੇ ਹਾਂ ਉਹਨੂੰ ਕੀ ਕਹਿੰਦੇ ਆ ਅਸੀਂ, ਮੋਸਟ ਇੰਪੋਰਟੈਂਟ ਸਵਾਲ ਹੈ ਇਹ, ਪੇਪਰ ਦੇ ਵਿੱਚ ਪੱਕਾ ਆਊਗਾ। ਕੀ ਆਨਸਰ ਆਊਗਾ ਜੀ, ਜਦੋਂ ਅਸੀਂ ਸਟੱਡੀ ਕਰ ਰਹੇ ਹਾਂ ਕਾਹਦੀ ਜੀ, ਸੈੱਲ ਕੀ ਹੁੰਦਾ ਜੀ, ਉਹਨੂੰ ਕੀ ਕਹਿੰਦੇ ਆ ਅਸੀਂ, ਉਹਨੂੰ ਅਸੀਂ ਹਿਸਟੋਲੋਜੀ ਕਹਿ ਦਿੰਦੇ ਆ, ਉਹਨੂੰ ਅਸੀਂ ਮਾਇਓਲੋਜੀ ਕਹਿ ਦਿੰਦੇ ਆ, ਉਹਨੂੰ ਅਸੀਂ ਓਸਟੀਓਲੋਜੀ ਕਹਿ ਦਿੰਦੇ ਆ, ਜਾਂ ਫਿਰ ਸਾਈਟੋਲੋਜੀ। ਕੀ ਆਨਸਰ ਆਊਗਾ ਜੀ, ਜਲਦੀ ਮੈਸੇਜ ਕਰੋਗੇ ਜੀ। ਠੀਕ ਹੈ ਰਾਜੇ, ਬਿਲਕੁਲ ਸਹੀ ਆਨਸਰ ਕਰ ਰਹੇ ਹੋ। ਸਟੱਡੀ ਆਫ ਸੈੱਲ ਉਹਨੂੰ ਕੀ ਕਹਿੰਦੇ ਆ ਅਸੀਂ, ਉਹਨੂੰ ਸਾਈਟੋਲੋਜੀ ਕਹਿ ਦਿੰਦੇ ਆ। ਮੋਸਟ ਇੰਪੋਰਟੈਂਟ ਸਵਾਲ ਆ, ਪੇਪਰ ਦੇ ਵਿੱਚ ਇਹ ਪੱਕਾ ਹੋਊਗਾ ਜੀ। ਜਦੋਂ ਅਸੀਂ ਸੈੱਲ ਨਾਲ ਸੰਬੰਧਿਤ ਸਟੱਡੀ ਕਰ ਰਹੇ ਹਾਂ ਉਹਨੂੰ ਕੀ ਕਹਿੰਦੇ ਆ ਜੀ, ਡੀ ਆਨਸਰ ਆਊਗਾ, ਉਹਨੂੰ ਸਰ ਅਸੀਂ ਸਾਈਟੋਲੋਜੀ ਕਹਿ ਦਿੰਦੇ ਆ। ਹੁਣ ਦੇਖੋ ਇਹ ਤਾਂ ਸਾਨੂੰ ਪਤਾ ਲੱਗ ਗਿਆ ਵੀ ਜਦੋਂ ਅਸੀਂ ਸੈੱਲ ਦੀ ਸਟੱਡੀ ਕਰ ਰਹੇ ਹਾਂ ਉਹਨੂੰ ਕੀ ਕਹਿੰਦੇ ਆ ਅਸੀਂ, ਸਾਈਟੋਲੋਜੀ ਕਹਿ ਦਿੰਦੇ ਆ। ਬਟ ਸੈੱਲ ਦੀ ਖੋਜ ਕਿਹਨੇ ਕੀਤੀ ਸੀ, ਤਾਂ ਆਨਸਰ ਕੀ ਕਰਾਂਗੇ ਅਸੀਂ, ਸੈੱਲ ਦੀ ਖੋਜ ਕੀਤੀ ਸੀ ਰੋਬਰਟ ਹੁੱਕ ਨੇ ਜੀ। ਠੀਕ ਹੈ ਜੀ, ਕਿਹੜੇ ਸਾਲ ਦੇ ਵਿੱਚ ਕੀਤੀ ਸੀ, ਆਨਸਰ ਕੀ ਕਰਾਂਗੇ 1665 ਦੇ ਵਿੱਚ ਕੀ ਆ, ਰੋਬਰਟ ਹੁੱਕ ਨੇ ਸੈੱਲ ਦੀ ਖੋਜ ਕੀਤੀ ਸੀਗੀ ਜੀ। ਹੁਣ ਦੇਖੋ ਸੈੱਲ ਕੀ ਹੁੰਦਾ ਜੀ, ਇਹ ਹਿਊਮਨ ਬੋਡੀ ਦੇ ਵਿੱਚ ਜਿਹੜੀ ਸਭ ਤੋਂ ਸਮੋਲੈਸਟ ਯੂਨਿਟ ਹੁੰਦੀ ਆ ਉਹਨੂੰ ਕੀ ਕਹਿੰਦੇ ਆ, ਉਹਨੂੰ ਸੈੱਲ ਕਹਿ ਦਿੰਦੇ ਆ ਜੀ। ਹੁਣ ਦੇਖੋ ਇਹ ਕੀ ਹੋ ਗਈ, ਇੱਕ ਹਿਊਮਨ ਬੋਡੀ ਹੋ ਗਈ। ਹਿਊਮਨ ਬੋਡੀ ਬਣਦੀ ਕਿਵੇਂ ਆ, ਸਭ ਤੋਂ ਪਹਿਲਾਂ ਇੱਕ ਸੈੱਲ ਬਣਦਾ। ਕੀ ਬਣ ਗਿਆ ਰਾਜੇ, ਸਭ ਤੋਂ ਪਹਿਲਾਂ ਕੀ ਬਣਿਆ, ਇੱਕ ਸੈੱਲ ਬਣਿਆ। ਜਦੋਂ ਸੈੱਲ ਦਾ ਗਰੁੱਪ ਬਣ ਗਿਆ, ਇੱਕ ਸੈੱਲ ਤੋਂ 2, 2 ਤੋਂ 3, 3 ਤੋਂ 4, ਸੈੱਲ ਦਾ ਕੀ ਬਣ ਗਿਆ, ਗਰੁੱਪ ਬਣ ਗਿਆ। ਤਾਂ ਉਹਨੂੰ ਕੀ ਕਹਾਂਗੇ ਅਸੀਂ, ਉਹਨੂੰ ਟਿਸ਼ੂ ਕਹਾਂਗੇ ਜੀ। ਜਦੋਂ ਸੈੱਲ ਦਾ ਗਰੁੱਪ ਬਣ ਗਿਆ ਉਹਨੂੰ ਕੀ ਕਹਾਂਗੇ ਜੀ, ਅਸੀਂ ਟਿਸ਼ੂ ਕਹਾਂਗੇ। ਜਦੋਂ ਟਿਸ਼ੂ ਦਾ ਗਰੁੱਪ ਬਣ ਜੂ ਉਹ ਤੋਂ ਬਾਅਦ ਕੀ ਬਣ ਜੂ, ਆਰਗਨ ਬਣ ਜੂ, ਤੇ ਆਰਗਨ ਤੋਂ ਬਾਅਦ ਆਰਗਨ ਸਿਸਟਮ ਹੋ ਗਏ, ਫਿਰ ਕੀ ਇੱਕ ਬੋਡੀ ਬਣ ਜੂ ਜੀ। ਤਾਂ ਤੁਸੀਂ ਕੀ ਯਾਦ ਰੱਖਣਾ ਜੀ, ਜਿਹੜਾ ਸੈੱਲ ਆ ਇਹਦੀ ਖੋਜ ਕਿਹਨੇ ਕੀਤੀ ਸੀ, ਰੋਬਰਟ ਹੁੱਕ ਨੇ 1665 ਦੇ ਵਿੱਚ। ਹਿਊਮਨ ਬੋਡੀ ਦੇ ਵਿੱਚ ਸਭ ਤੋਂ ਸਮੋਲੈਸਟ ਯੂਨਿਟ ਕਿਹੜੀ ਹੁੰਦੀ ਆ, ਉਹ ਸੈੱਲ ਹੁੰਦਾ ਜੀ। ਹੁਣ ਦੇਖੋ ਰਾਜੇ ਇੱਥੇ ਕੀ ਲਿਖਿਆ ਹੋਇਆ, ਹਿਸਟੋਲੋਜੀ ਲਿਖਿਆ ਹੋਇਆ। ਹਿਸਟੋਲੋਜੀ ਕੀ ਹੁੰਦਾ ਜੀ, ਇਹਦੇ ਵਿੱਚ ਅਸੀਂ ਕਾਹਦੀ ਸਟੱਡੀ ਕਰਦੇ ਹਾਂ ਸਰ, ਇਹਦੇ ਵਿੱਚ ਟਿਸ਼ੂ ਕੀ ਹੁੰਦੇ ਆ, ਇਹਦੇ ਨਾਲ ਸੰਬੰਧਿਤ ਅਸੀਂ ਸਟੱਡੀ ਕਰਦੇ ਹਾਂ। ਟਿਸ਼ੂ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਸਰ, ਟਿਸ਼ੂ 4 ਪ੍ਰਕਾਰ ਦੇ ਹੁੰਦੇ ਨੇ ਜੀ। ਜਿਹੜਾ ਸਾਡਾ ਦਿਲ ਹੁੰਦਾ ਉਹਦੇ ਵਿੱਚ ਟੋਟਲ ਚੈਂਬਰ ਕਿੰਨੇ ਹੁੰਦੇ ਆ ਸਰ, ਉਹਦੇ ਵਿੱਚ ਟੋਟਲ ਚੈਂਬਰ 4 ਹੁੰਦੇ ਨੇ। ਟੋਟਲ ਬਾਲਵ ਕਿੰਨੇ ਹੁੰਦੇ ਆ, ਉਹ ਵੀ ਕੀ ਹੁੰਦੇ ਨੇ, 4 ਹੁੰਦੇ ਨੇ। ਟਿਸ਼ੂ ਕਿੰਨੇ ਪ੍ਰਕਾਰ ਦੇ ਹੁੰਦੇ ਆ, ਉਹ ਵੀ ਰਾਜੇ 4 ਪ੍ਰਕਾਰ ਦੇ ਹੁੰਦੇ ਨੇ। ਇਹ ਤੋਂ ਬਾਅਦ ਕੀ ਆ ਗਿਆ ਜੀ, ਮਸਲ ਕੀ ਹੁੰਦੇ ਆ ਜੀ। ਹੁਣ ਦੇਖੋ ਮਸਲ ਕੀ ਹੁੰਦੇ ਆ, ਜਿਹਦੇ ਵਿੱਚ ਅਸੀਂ ਸਟੱਡੀ ਕਰਦੇ ਹਾਂ। ਜਦੋਂ ਅਸੀਂ ਮਸਲ ਦੀ ਸਟੱਡੀ ਕਰ ਰਹੇ ਹਾਂ ਉਹਨੂੰ ਕੀ ਕਹਿੰਦੇ ਆ ਰਾਜੇ, ਅਸੀਂ ਉਹਨੂੰ ਮਾਇਓਲੋਜੀ ਕਹਿ ਦਿੰਦੇ ਆ। ਇਹਦੇ ਵਿੱਚੋਂ ਪੱਕਾ ਸਵਾਲ ਆਊਗਾ। ਹਿਸਟੋਲੋਜੀ ਕੀ ਹੁੰਦਾ ਆਪਾਂ ਨੂੰ ਪਤਾ ਲੱਗ ਗਿਆ। ਜਦੋਂ ਅਸੀਂ ਟਿਸ਼ੂ ਦੀ ਸਟੱਡੀ ਕਰ ਰਹੇ ਹਾਂ ਉਹਨੂੰ ਅਸੀਂ ਹਿਸਟੋਲੋਜੀ ਕਹਿ ਦਿੰਦੇ ਆ। ਮਾਇਓਲੋਜੀ ਕੀ ਹੁੰਦਾ ਜੀ, ਜਦੋਂ ਅਸੀਂ ਮਸਲ ਦੀ ਸਟੱਡੀ ਕਰ ਰਹੇ ਹਾਂ ਉਹਨੂੰ ਅਸੀਂ ਮਾਇਓਲੋਜੀ ਕਹਿ ਦਿੰਦੇ ਆ। ਹੁਣ ਦੇਖੋ ਹਿਊਮਨ ਬੋਡੀ ਦੇ ਅੰਦਰ ਟੋਟਲ ਮਸਲ ਕਿੰਨੇ ਹੁੰਦੇ ਆ, ਇਹ ਮੈਸੇਜ ਕਰੋ। ਠੀਕ ਹੈ ਜੀ, ਇਹ ਸਵਾਲ ਤੁਸੀਂ ਗਲਤ ਨਾ ਕਰ ਦੋ। ਠੀਕ ਆ, ਲਿਖਿਆ ਹੋਇਆ ਵੀ ਹਿਊਮਨ ਬੋਡੀ ਦੇ ਵਿੱਚ ਟੋਟਲ ਮਸਲ ਕਿੰਨੇ ਹੁੰਦੇ ਆ ਸਰ, 639 ਕੀ ਆ ਮਸਲ ਹੁੰਦੇ ਆ ਹਿਊਮਨ ਬੋਡੀ ਦੇ ਵਿੱਚ। ਹਿਊਮਨ ਬੋਡੀ ਦੇ ਵਿੱਚ ਸਭ ਤੋਂ ਸਮੋਲੈਸਟ ਮਸਲ, ਸਭ ਤੋਂ ਸਮੋਲੈਸਟ ਬੋਨ ਕਿੱਥੇ ਹੁੰਦੀ ਆ, ਉਹਦੀ ਲੋਕੇਸ਼ਨ ਕਿੱਥੇ ਹੁੰਦੀ ਆ, ਇਹ ਸਾਡੇ ਕੰਨ ਦੇ ਵਿੱਚ ਹੁੰਦੇ ਆ ਜੀ। ਹਿਊਮਨ ਬੋਡੀ ਦੇ ਵਿੱਚ ਜਿਹੜੀ ਸਭ ਤੋਂ ਛੋਟੀ ਹੱਡੀ ਹੁੰਦੀ ਆ ਉਹ ਵੀ ਸਾਡੇ ਕੰਨ ਦੇ ਵਿੱਚ ਹੁੰਦੀ ਆ। ਹਿਊਮਨ ਬੋਡੀ ਦੇ ਵਿੱਚ ਜਿਹੜਾ ਸਭ ਤੋਂ ਛੋਟਾ ਮਸਲ ਹੁੰਦਾ ਉਹ ਵੀ ਸਾਡੇ ਕੰਨ ਦੇ ਵਿੱਚ ਹੁੰਦਾ ਜੀ। ਇਹ ਤੋਂ ਬਾਅਦ ਕੀ ਆ ਗਿਆ, ਓਸਟੀਓਲੋਜੀ ਕੀ ਹੁੰਦਾ ਜੀ। ਮੋਸਟ ਇੰਪੋਰਟੈਂਟ ਆ ਜੀ, ਇੱਥੋਂ ਸਵਾਲ ਪੱਕਾ ਆਊਗਾ ਵੀ ਓਸਟੀਓਲੋਜੀ ਕੀ ਹੁੰਦਾ ਜੀ। ਜਦੋਂ ਅਸੀਂ ਬੋਨ ਦੀ ਸਟੱਡੀ ਕਰਦੇ ਹਾਂ ਉਹਨੂੰ ਕੀ ਕਹਿੰਦੇ ਆ ਜੀ, ਅਸੀਂ ਓਸਟੀਓਲੋਜੀ ਕਹਿ ਦਿੰਦੇ ਆ। ਹਿਊਮਨ ਬੋਡੀ ਦੇ ਵਿੱਚ ਟੋਟਲ ਹੱਡੀਆਂ ਕਿੰਨੀਆਂ ਹੁੰਦੀਆਂ, 206 ਹੁੰਦੀਆਂ ਜੀ। ਜਦੋਂ ਬੱਚੇ ਦਾ ਜਨਮ ਹੁੰਦਾ ਗਾ,
ਜਦੋਂ ਬੱਚੇ ਦਾ ਜਨਮ ਹੁੰਦਾ ਉਹਦੇ ਵਿੱਚ 270 ਤੋਂ 300 ਹੱਡੀਆਂ ਕੀ ਆ ਰਾਜੇ ਹੁੰਦੀਆਂ ਨੇ। 270 ਤੋਂ ਲੈ ਕੇ 300 ਹੱਡੀਆਂ ਹੁੰਦੀਆਂ ਜਦੋਂ ਬੱਚੇ ਦਾ ਜਨਮ ਹੁੰਦਾ ਗਾ। ਤਾਂ ਇੱਕ ਵਾਰੀ ਮੈਸੇਜ ਕਰ ਦਿਓ, ਤੁਹਾਨੂੰ ਇਹ ਸਮਝ ਲੱਗ ਗਿਆ। ਜਦੋਂ ਅਸੀਂ ਸੈੱਲ ਦੀ ਸਟੱਡੀ ਕਰ ਰਹੇ ਹਾਂ ਉਹਨੂੰ ਕਹਿੰਦੇ ਹਾਂ ਸਾਈਟੋਲੋਜੀ। ਜਦੋਂ ਅਸੀਂ ਟਿਸ਼ੂ ਦੀ ਸਟੱਡੀ ਕਰ ਰਹੇ ਹਾਂ ਉਹਨੂੰ ਅਸੀਂ ਹਿਸਟੋਲੋਜੀ ਕਹਿ ਦਿੰਦੇ ਹਾਂ। ਜਦੋਂ ਅਸੀਂ ਮਸਲ ਦੀ ਸਟੱਡੀ ਕਰ ਰਹੇ ਹਾਂ ਉਹਨੂੰ ਅਸੀਂ ਮਾਇਓਲੋਜੀ ਕਹਿ ਦਿੰਦੇ ਹਾਂ। ਜਦੋਂ ਅਸੀਂ ਬੋਨ ਦੀ ਸਟੱਡੀ ਕਰ ਰਹੇ ਹਾਂ ਉਹਨੂੰ ਅਸੀਂ ਓਸਟੀਓਲੋਜੀ ਕਹਿ ਦਿੰਦੇ ਹਾਂ ਜੀ। ਇੱਕ ਵਾਰੀ ਰਾਜੇ ਮੈਸੇਜ ਕਰੋ, ਤੁਹਾਨੂੰ ਕਲਾਸ ਸਮਝ ਲੱਗ ਰਹੀ ਆ, ਫਿਰ ਆਪਾਂ ਅੱਗੇ ਮੂਵ ਕਰਦੇ ਹਾਂ ਜੀ। ਠੀਕ ਹੈ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰਾਜੇ। ਓਕੇ, ਜਲਦੀ ਮੈਸੇਜ ਕਰੋਗੇ ਕੀ ਆਨਸਰ ਆਊਗਾ। ਹੁਣ ਦੇਖੋ ਕੀ ਲਿਖਿਆ ਹੋਇਆ, ਜਿਹੜਾ ਸੈੱਲ ਆ ਜੀ, ਆਪਾਂ ਨੂੰ ਇਹ ਤਾਂ ਪਤਾ ਲੱਗ ਗਿਆ ਸੈੱਲ ਦੀ ਸਟੱਡੀ ਨੂੰ ਕੀ ਕਿਹਾ ਜਾਂਦਾ, ਬਟ ਸੈੱਲ ਦੀ ਖੋਜ ਕਿਹਨੇ ਕੀਤੀ ਇਹ ਤੁਸੀਂ ਦੱਸਣਾ ਜੀ। ਪਹਿਲੀ ਕਰ ਚੁੱਕੇ ਹਾਂ ਜੀ, ਸੈੱਲ ਦੀ ਖੋਜ ਕਿਹਨੇ ਕੀਤੀ ਜੀ। ਠੀਕ ਹੈ ਰਾਜੇ, ਤੁਹਾਨੂੰ ਕਲਾਸ ਸਮਝ ਲੱਗ ਰਹੀ ਆ ਤਾਂ ਤੁਸੀਂ ਕਲਾਸ ਨੂੰ ਆਪਣੇ ਦੋਸਤਾਂ ਤੱਕ ਕੀ ਆ ਸੈਂਡ ਕਰ ਦਿਓ ਜੀ, ਤਾਂ ਜੋ ਉਹ ਵੀ ਕੀ ਆਪਣੀ ਜਾਣਕਾਰੀ ਲੈ ਸਕਣ ਜੀ। ਓਕੇ ਰਾਜੇ, ਜਲਦੀ ਮੈਸੇਜ ਕਰੋਗੇ ਸੈੱਲ ਦੀ ਖੋਜ ਕਿਹਨੇ ਕੀਤੀ, ਤਾਂ ਆਨਸਰ ਕੀ ਆ ਜਾਊਗਾ ਜੀ, ਬੀ ਆਨਸਰ ਕੀ ਆ, ਬਿਲਕੁਲ ਸਹੀ ਹੈ ਜੀ। ਰੋਬਰਟ ਹੁੱਕ ਨੇ ਕੀ ਆ ਰਾਜੇ ਸੈੱਲ ਦੀ ਖੋਜ ਕੀਤੀ ਸੀ। ਕਦੋਂ ਕੀਤੀ ਸੀ? 1665 ਦੇ ਵਿੱਚ ਕੀਤੀ ਸੀਗੀ ਜੀ। ਕਿਹੜੇ ਸੈੱਲ ਦੀ ਕੀਤੀ ਸੀਗੀ ਜੀ? ਡੈੱਡ ਸੈੱਲ ਦੀ ਕੀਤੀ ਸੀਗੀ ਜੀ। ਉਹਦਾ ਨਾਮ ਕੀ ਆ ਜੀ? ਉਹਨੂੰ ਅਸੀਂ ਕੋਕ ਸੈੱਲ ਕਹਿ ਦਿੰਦੇ ਹਾਂ। ਹੁਣ ਦੇਖੋ ਰਾਜੇ, ਇਹ ਤਾਂ ਪਤਾ ਲੱਗ ਗਿਆ ਵੀ ਸੈੱਲ ਦੀ ਖੋਜ ਜਾਂ ਜਿਹੜਾ ਸੈੱਲ ਆ ਇਹ ਸ਼ਬਦ ਕਿਹਨੇ ਦਿੱਤਾ ਸੀਗਾ। ਆਨਸਰ ਕੀ ਕੀਤਾ ਆਪਾਂ? ਰੋਬਰਟ ਹੁੱਕ ਨੇ ਸੈੱਲ ਸ਼ਬਦ ਦਿੱਤਾ ਸੀਗਾ। ਹੁਣ ਇੱਥੇ ਰੋਬਰਟ ਬਰਾਊਨ ਲਿਖਿਆ ਹੋਇਆ, ਰੋਬਰਟ ਬਰਾਊਨ ਕੌਣ ਹੈ ਜੀ? ਮੈਸੇਜ ਕਰੋ, ਰੋਬਰਟ ਬਰਾਊਨ ਕੌਣ ਹੈ ਜੀ? ਰੋਬਰਟ ਬਰਾਊਨ ਨੂੰ ਕਿਹਦੇ ਫਾਦਰ ਕਿਹਾ ਜਾਂਦਾ? ਸਾਰੇ ਬੱਚੇ ਮੈਸੇਜ ਕਰੋ, ਰੋਬਰਟ ਬਰਾਊਨ ਨੂੰ ਕਿਹਦੇ ਫਾਦਰ ਕਿਹਾ ਜਾਂਦਾ ਜੀ? ਠੀਕ ਹੈ ਜੀ, ਬਿਲਕੁਲ ਸਹੀ ਹੈ ਜੀ, ਐਕਸੀਲੈਂਟ, ਬਿਲਕੁਲ ਸਹੀ ਆਨਸਰ ਕਰ ਰਹੇ ਹੋ ਜੀ। ਠੀਕ ਹੈ ਜੀ, ਹੁਣ ਦੇਖੋ ਰੋਬਰਟ ਬਰਾਊਨ ਨੂੰ ਕਿਹਦੇ ਫਾਦਰ ਕਿਹਾ ਜਾਂਦਾ? ਇਹਨੂੰ ਸਰ ਨਿਊਕਲੀਅਸ ਦੇ ਫਾਦਰ ਕਿਹਾ ਜਾਂਦਾ ਜੀ। ਠੀਕ ਹੈ, ਜਦੋਂ ਅਸੀਂ ਨਿਊਕਲੀਅਸ ਦੀ ਸਟੱਡੀ ਕਰ ਰਹੇ ਹਾਂ ਉਹਨੂੰ ਕੀ ਕਹਿੰਦੇ ਆ ਸਰ? ਉਹਨੂੰ ਅਸੀਂ ਕ੍ਰਾਇਓਲੋਜੀ ਕਹਿ ਦਿੰਦੇ ਆ ਜੀ। ਨਿਊਕਲੀਅਸ ਕੀ ਹੁੰਦਾ ਜੀ? ਇਹ ਕੀ ਹੋ ਗਿਆ ਰਾਜੇ? ਇੱਕ ਸੈੱਲ ਹੋ ਗਿਆ। ਇਹ ਕੀ ਹੋ ਗਿਆ? ਇੱਕ ਸੈੱਲ ਹੋ ਗਿਆ। ਸੈੱਲ ਦੇ ਸੈਂਟਰ ਦੇ ਵਿੱਚ ਕੀ ਹੁੰਦਾ ਰਾਜੇ? ਸੈੱਲ ਦੇ ਸੈਂਟਰ ਦੇ ਵਿੱਚ ਹੁੰਦਾ ਨਿਊਕਲੀਅਸ। ਇਹ ਕੀ ਹੋ ਗਿਆ? ਇੱਕ ਸੈੱਲ ਹੋ ਗਿਆ। ਸੈੱਲ ਦੇ ਸੈਂਟਰ ਦੇ ਵਿੱਚ ਕੀ ਹੁੰਦਾ? ਇੱਕ ਨਿਊਕਲੀਅਸ ਹੁੰਦਾ ਜੀ। ਤੇ ਜਦੋਂ ਅਸੀਂ ਨਿਊਕਲੀਅਸ ਦੀ ਸਟੱਡੀ ਕਰ ਰਹੇ ਹਾਂ ਉਹਨੂੰ ਅਸੀਂ ਕ੍ਰਾਇਓਲੋਜੀ ਕਹਿ ਦਿੰਦੇ ਹਾਂ ਜੀ। ਇਹ ਤੋਂ ਬਾਅਦ ਕੌਣ ਆ ਗਿਆ? ਥੌਰਨਡਾਈਕ ਆ ਗਈ ਜੀ। ਇਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਵੀ ਥੌਰਨਡਾਈਕ ਕੌਣ ਹੈ ਜੀ। ਠੀਕ ਆ, ਥੌਰਨਡਾਈਕ ਨੂੰ ਕਿਹਦੇ ਫਾਦਰ ਕਿਹਾ ਜਾਂਦਾ? ਮੈਸੇਜ ਕਰੋ ਜਲਦੀ, ਥੌਰਨਡਾਈਕ ਨੂੰ ਕਿਹਦੇ ਫਾਦਰ ਕਿਹਾ ਜਾਂਦਾ? ਬਿਲਕੁਲ ਸਹੀ ਹੈ ਜੀ, ਇਹਨੂੰ ਅਸੀਂ ਐਜੂਕੇਸ਼ਨਲ ਸਾਈਕੋਲੋਜੀ ਦੇ ਫਾਦਰ ਕਹਿ ਦਿੰਦੇ ਹਾਂ ਜੀ। ਸਿੱਖਿਆ ਮਨੋਵਿਗਿਆਨ ਦੇ ਫਾਦਰ ਕਿਹਨੂੰ ਕਿਹਾ ਜਾਂਦਾ? ਤਾਂ ਆਨਸਰ ਕੀ ਕਰਾਂਗੇ? ਥੌਰਨਡਾਈਕ ਨੂੰ ਕਿਹਾ ਜਾਂਦਾ ਜੀ। ਸਿੱਖਣ ਦੇ ਨਿਯਮ ਕਿੰਨੇ ਹੁੰਦੇ ਆ, ਉਹਨਾਂ ਦੇ ਨਾਮ ਕੀ ਨੇ, ਤੇ ਸਿੱਖਣ ਦੇ ਜਿਹੜੇ 3 ਨਿਯਮ ਆ ਉਹ ਕਿਹਨੇ ਦਿੱਤੇ ਸੀ? ਮੈਸੇਜ ਕਰੋ। ਸਾਰਾ ਕੁਝ ਰਾਜੇ ਲਿਖਿਆ ਹੋਇਆ ਤਾਂ ਜਲਦੀ ਮੈਸੇਜ ਕਰ ਦੋਗੇ। ਜਿਹੜੇ ਸਿੱਖਣ ਦੇ ਨਿਯਮ ਆ ਉਹ ਕਿੰਨੇ ਪ੍ਰਕਾਰ ਦੇ ਹੁੰਦੇ ਆ ਜੀ? ਸਰ ਉਹ 3 ਪ੍ਰਕਾਰ ਦੇ ਹੁੰਦੇ ਆ ਜੀ। ਠੀਕ ਹੈ ਰਾਜੇ, ਬਿਲਕੁਲ ਸਹੀ ਆਨਸਰ ਕੀਤਾ ਤੁਸੀਂ। ਸਿੱਖਣ ਦੇ ਨਿਯਮ ਕਿਹਨੇ ਦਿੱਤੇ ਸੀ? ਤਾਂ ਆਨਸਰ ਕੀ ਕਰਾਂਗੇ ਸਰ? ਉਹ ਥੌਰਨਡਾਈਕ ਨੇ ਕੀ ਆ ਸਿੱਖਣ ਦੇ ਨਿਯਮ ਦਿੱਤੇ ਸੀਗੇ ਜੀ। ਇਹਨਾਂ ਦੇ ਨਾਮ ਕੀ ਆ ਜੀ? ਇੱਕ ਵਾਰੀ ਮੈਸੇਜ ਕਰੋ, ਜਲਦੀ ਮੈਸੇਜ ਕਰ ਦੋਗੇ ਜੀ। ਕੀ ਆਨਸਰ ਆਊਗਾ? ਜਿਹੜੀਆਂ ਏਸ਼ੀਅਨ ਗੇਮਾਂ ਨੇ, ਪਹਿਲੀ ਵਾਰ ਏਸ਼ੀਅਨ ਗੇਮਾਂ ਕਿਹੜੇ ਸਾਲ ਦੇ ਵਿੱਚ ਤੇ ਕਿੱਥੇ ਹੋਈਆਂ ਸੀਗੀਆਂ? ਮੋਸਟ ਇੰਪੋਰਟੈਂਟ ਸਵਾਲ ਹੈ ਜੀ। ਜਿਹੜੀਆਂ ਪਹਿਲੀ ਵਾਰ ਏਸ਼ੀਅਨ ਗੇਮਾਂ ਸੀ ਉਹ ਕਿੱਥੇ ਤੇ ਕਦੋਂ ਹੋਈਆਂ ਸੀਗੀਆਂ? ਇੱਕ ਵਾਰੀ ਜਲਦੀ ਮੈਸੇਜ ਕਰ ਦੋਗੇ। ਇਹ ਗੇਮਾਂ 1951 ਦੇ ਵਿੱਚ ਨਿਊ ਦਿੱਲੀ ਦੇ ਵਿੱਚ ਹੋਈਆਂ ਸੀਗੀਆਂ। ਕੀ ਆਨਸਰ ਆਊਗਾ ਜੀ? ਇਹ ਗੇਮਾਂ 1981 ਨਿਊ ਦਿੱਲੀ ਦੇ ਵਿੱਚ ਹੋਈਆਂ ਸੀਗੀਆਂ। ਤੁਹਾਡੇ ਅਕੋਰਡਿੰਗ ਕੀ ਆਨਸਰ ਆਊਗਾ ਜੀ? ਬਿਲਕੁਲ ਸਹੀ ਆਨਸਰ ਕਰ ਰਹੇ ਹੋ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸੋ ਆਨਸਰ ਕੀ ਆ ਜਾਊਗਾ ਜੀ? ਜਿਹੜੀਆਂ ਏਸ਼ੀਅਨ ਗੇਮਾਂ ਨੇ ਪਹਿਲੀ ਵਾਰ ਕਦੋਂ ਹੋਈਆਂ ਸੀਗੀਆਂ? 1951 ਦੇ ਵਿੱਚ ਹੋਈਆਂ ਸੀਗੀਆਂ, ਨਿਊ ਦਿੱਲੀ ਦੇ ਵਿੱਚ ਹੋਈਆਂ ਸੀਗੀਆਂ, ਇੰਡੀਆ ਦੇ ਵਿੱਚ ਇਹ ਗੇਮਾਂ ਹੋਈਆਂ ਸੀਗੀਆਂ ਜੀ। ਇਹ ਤਾਂ ਸਰ ਸਾਨੂੰ ਪਤਾ ਲੱਗ ਗਿਆ। ਹੁਣ ਇਹ ਵੀ ਦੱਸ ਦਿਓ ਜੀ, ਜਦੋਂ ਪਹਿਲੀ ਵਾਰ ਏਸ਼ੀਅਨ ਗੇਮਾਂ ਇੰਡੀਆ ਦੇ ਵਿੱਚ ਹੋਈਆਂ ਸੀਗੀਆਂ ਤਾਂ ਇੰਡੀਆ ਦੇ ਟੋਟਲ ਮੈਡਲ ਕਿੰਨੇ ਆਏ ਸੀਗੇ? ਹੁਣ ਦੇਖੋ 1951 ਦੇ ਵਿੱਚ ਇਹ ਗੇਮਾਂ ਹੋਈਆਂ ਸੀਗੀਆਂ ਤਾਂ ਇੰਡੀਆ ਦੇ ਟੋਟਲ ਮੈਡਲ ਕਿੰਨੇ ਆਏ ਸੀਗੇ ਜੀ? 51 ਕੀ ਆ ਟੋਟਲ ਮੈਡਲ ਆਏ ਸੀਗੇ ਜੀ। ਹੁਣ ਦੇਖੋ ਜੀ, ਜਿਹੜੀਆਂ ਏਸ਼ੀਅਨ ਗੇਮਾਂ ਨੇ ਇਹਨੂੰ ਅਸੀਂ ਹੋਰ ਕਿਹੜੇ ਨਾਮ ਨਾਲ ਜਾਣਦੇ ਹਾਂ? ਇਹਨੂੰ ਅਸੀਂ ਏਸ਼ੀਆਡ ਵੀ ਕਹਿ ਦਿੰਦੇ ਹਾਂ। ਮੋਸਟ ਇੰਪੋਰਟੈਂਟ ਆ ਜੀ, ਜਿਹੜੀਆਂ ਏਸ਼ੀਅਨ ਗੇਮਾਂ ਨੇ 1951 ਦੇ ਵਿੱਚ ਪਹਿਲੀ ਵਾਰ ਨਿਊ ਦਿੱਲੀ ਦੇ ਵਿੱਚ ਇਹ ਹੋਈਆਂ ਸੀਗੀਆਂ। ਇਹਨਾਂ ਗੇਮਾਂ ਨੂੰ ਅਸੀਂ ਏਸ਼ੀਆਡ ਵੀ ਕਹਿ ਦਿੰਦੇ ਹਾਂ ਜੀ। ਏਸ਼ੀਅਨ ਗੇਮਾਂ ਦੇ ਫਾਦਰ ਕਿਹਨੂੰ ਕਿਹਾ ਜਾਂਦਾ? ਤਾਂ ਆਨਸਰ ਕੀ ਕਰਾਂਗੇ? GD ਸੌਂਦੀ ਨੂੰ ਏਸ਼ੀਅਨ ਗੇਮਾਂ ਦੇ ਫਾਦਰ ਕਿਹਾ ਜਾਂਦਾ ਜੀ। ਹੁਣ ਦੇਖੋ ਜੀ, ਸਾਨੂੰ ਇਹ ਤਾਂ ਪਤਾ ਲੱਗ ਗਿਆ ਵੀ 1951 ਦੇ ਵਿੱਚ ਪਹਿਲੀ ਵਾਰ ਗੇਮਾਂ ਇਹ ਹੋਈਆਂ ਸੀਗੀਆਂ। ਦੇਖੋ ਜੀ, ਇਹ ਗੇਮਾਂ ਜੀ 4 ਮਾਰਚ ਤੋਂ ਲੈ ਕੇ 11 ਮਾਰਚ ਤੱਕ ਹੋਈਆਂ ਸੀਗੀਆਂ। 4 ਮਾਰਚ ਨੂੰ ਇਹਨਾਂ ਗੇਮਾਂ ਦੀ ਓਪਨਿੰਗ ਸੈਰੇਮਨੀ ਹੋਈ ਸੀ
ਤੇ 11 ਮਾਰਚ ਨੂੰ ਕੀ ਆ ਇਹਨਾਂ ਗੇਮਾਂ ਦੀ ਕਲੋਜ਼ਿੰਗ ਸੈਰੇਮਨੀ ਹੋਈ ਸੀ, ਜਿਹੜੀਆਂ ਪਹਿਲੀ ਵਾਰ 1951 ਦੇ ਵਿੱਚ ਨਿਊ ਦਿੱਲੀ ਦੇ ਵਿੱਚ ਗੇਮਾਂ ਇਹ ਹੋਈਆਂ ਸੀਗੀਆਂ। ਕਿੰਨੇ ਨੇਸ਼ਨ ਨੇ ਪਾਰਟਿਸਿਪੇਟ ਕੀਤਾ ਸੀਗਾ? 11 ਨੇਸ਼ਨ ਨੇ ਕੀ ਆ ਪਾਰਟਿਸਿਪੇਟ ਕੀਤਾ ਸੀਗਾ। ਹੁਣ ਦੇਖੋ 4 ਮਾਰਚ ਨੂੰ ਇਹਨਾਂ ਗੇਮਾਂ ਦੀ ਓਪਨਿੰਗ ਸੈਰੇਮਨੀ ਹੋਈ ਸੀ, 11 ਮਾਰਚ ਨੂੰ ਕੀ ਆ ਇਹਨਾਂ ਗੇਮਾਂ ਦੀ ਕਲੋਜ਼ਿੰਗ ਸੈਰੇਮਨੀ ਹੋਈ ਸੀ। ਕਿੰਨੇ ਨੇਸ਼ਨ ਨੇ ਪਾਰਟਿਸਿਪੇਟ ਕੀਤਾ? 11 ਨੇਸ਼ਨ ਨੇ ਕੀ ਆ ਪਾਰਟਿਸਿਪੇਟ ਕੀਤਾ ਜੀ। ਇਸ ਤੋਂ ਬਾਅਦ ਦੇਖੋ ਜੀ, ਜਿਵੇਂ ਆਪਾਂ ਨੂੰ ਇਹ ਤਾਂ ਪਤਾ ਲੱਗ ਗਿਆ ਵੀ ਪਹਿਲੀ ਵਾਰ ਸਰ 1951 ਦੇ ਵਿੱਚ ਨਿਊ ਦਿੱਲੀ ਦੇ ਵਿੱਚ ਹੋਈਆਂ ਸੀਗੀਆਂ। ਇਹ ਵੀ ਰਾਜੇ ਯਾਦ ਕਰੋਗੇ, ਦੂਜੀ ਵਾਰ ਜਿਹੜੀਆਂ ਏਸ਼ੀਅਨ ਗੇਮਾਂ ਨੇ ਕਦੋਂ ਤੇ ਕਿੱਥੇ ਹੋਈਆਂ ਸੀਗੀਆਂ? ਦੂਜੀ ਵਾਰ ਜਿਹੜੀਆਂ ਏਸ਼ੀਅਨ ਗੇਮਾਂ ਨੇ 1954 ਦੇ ਵਿੱਚ ਮਨੀਲਾ ਦੇ ਵਿੱਚ ਇਹ ਗੇਮਾਂ ਹੋਈਆਂ ਸੀਗੀਆਂ। ਇਸ ਤੋਂ ਬਾਅਦ ਕੀ ਆ ਗਿਆ ਜੀ, 1982 ਦੇ ਵਿੱਚ ਜਿਹੜੀਆਂ ਏਸ਼ੀਅਨ ਗੇਮਾਂ ਨੇ ਉਹ ਕਿੱਥੇ ਹੋਈਆਂ ਸੀਗੀਆਂ? ਇਹ ਵੀ ਗੇਮਾਂ ਰਾਜੇ ਨਿਊ ਦਿੱਲੀ ਦੇ ਵਿੱਚ ਇੰਡੀਆ ਦੇ ਵਿੱਚ ਹੋਈਆਂ ਸੀਗੀਆਂ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸਰ 1951 ਦੇ ਵਿੱਚ ਪਹਿਲੀ ਵਾਰ ਇੰਡੀਆ ਦੇ ਵਿੱਚ ਹੋਈਆਂ ਏਸ਼ੀਅਨ ਗੇਮਾਂ ਜੀ। 1982 ਦੇ ਵਿੱਚ ਕੀ ਆ ਕਿੱਥੇ ਹੋਈਆਂ ਸੀ? ਨਿਊ ਦਿੱਲੀ ਦੇ ਵਿੱਚ ਹੋਈਆਂ ਸੀਗੀਆਂ। ਇਹ ਕਿੰਨਵਾਂ ਐਡੀਸ਼ਨ ਸੀਗਾ? ਇਹ ਤੁਸੀਂ ਮੈਸੇਜ ਕਰੋ ਰਾਜੇ, ਕਿੰਨਵਾਂ ਐਡੀਸ਼ਨ ਸੀਗਾ ਜੀ? ਜਲਦੀ ਮੈਸੇਜ ਕਰੋ, ਕੀ ਆਨਸਰ ਆਊਗਾ ਜੀ। ਇਹ ਤੋਂ ਬਾਅਦ ਦੇਖੋ ਰਾਜੇ 2022 ਦੇ ਵਿੱਚ ਜਿਹੜੀਆਂ ਏਸ਼ੀਅਨ ਗੇਮਾਂ ਨੇ ਉਹ ਕਿੱਥੇ ਜੀ? ਹਾਂਗਜੂ ਚਾਈਨਾ ਦੇ ਵਿੱਚ ਹੋਈਆਂ ਸੀਗੀਆਂ। 2026 ਦੇ ਵਿੱਚ ਇਹ ਗੇਮਾਂ ਨੇ ਕਿੱਥੇ ਹੋਣੀਆਂ ਨੇ? ਨਾਗੋਆ ਦੇ ਵਿੱਚ ਹੋਣੀਆਂ। ਇਹ ਯਾਦ ਰੱਖੋਗੇ, ਮੋਸਟ ਇੰਪੋਰਟੈਂਟ ਆ ਜੀ। ਇੱਥੋਂ ਸਵਾਲ ਪੱਕਾ ਬਣ ਸਕਦਾ ਵੀ ਜਿਹੜੀਆਂ 2026 ਦੇ ਵਿੱਚ ਗੇਮਾਂ ਏਸ਼ੀਅਨ ਗੇਮਾਂ ਨੇ ਹੋਣੀਆਂ ਨੇ ਉਹ ਕਿੱਥੇ ਹੋਣੀਆਂ ਨੇ ਜੀ? ਨਾਗੋਆ ਦੇ ਵਿੱਚ ਇਹ ਗੇਮਾਂ ਹੋਣੀਆਂ ਨੇ ਜੀ। ਓਕੇ, ਜਲਦੀ ਮੈਸੇਜ ਕਰ ਦੋਗੇ। ਮੋਸਟ ਇੰਪੋਰਟੈਂਟ ਸਵਾਲ ਆ ਇਹ। ਸਵਾਲ ਕੀ ਆ ਪੇਪਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ। ਕੀ ਲਿਖਿਆ ਹੋਇਆ? ਜਿਹੜੀਆਂ ਡਕੈਥਲੋਨ ਗੇਮਾਂ ਨੇ, ਸਭ ਤੋਂ ਪਹਿਲਾਂ ਮੈਸੇਜ ਕਰੋ, ਜਿਹੜੀਆਂ ਡਕੈਥਲੋਨ ਗੇਮਾਂ ਨੇ ਇਹ ਕਿਹਦੇ ਲਈ ਹੁੰਦੀਆਂ ਨੇ? ਕਿੰਨੇ ਦਿਨ ਦੀਆਂ ਹੁੰਦੀਆਂ ਨੇ? ਕਿੰਨੇ ਈਵੈਂਟ ਇਹਦੇ ਵਿੱਚ ਹੁੰਦੇ ਨੇ? ਹੁਣ ਦੇਖੋ ਰਾਜੇ ਕੀ ਲਿਖਿਆ ਹੋਇਆ, ਜਿਹੜੀਆਂ ਡਕੈਥਲੋਨ ਗੇਮਾਂ ਨੇ, ਠੀਕ ਹੈ ਜੀ, ਇਹਦੇ ਵਿੱਚ ਜਿਹੜੇ ਈਵੈਂਟ ਹੁੰਦੇ ਨੇ, ਦੂਜੇ ਦਿਨ ਜਿਹੜੇ ਈਵੈਂਟ ਹੁੰਦੇ ਨੇ ਉਹ ਕਿਹੜੇ ਕਿਹੜੇ ਈਵੈਂਟ ਹੁੰਦੇ ਆ ਉਹਨੂੰ ਤੁਸੀਂ ਸੀਕੁਐਂਸ ਦੇ ਵਿੱਚ ਲਾਉਣਾ ਗਾ। ਡਕੈਥਲੋਨ ਗੇਮਾਂ ਇਹ ਸਰ 2 ਦਿਨ ਦੀਆਂ ਹੁੰਦੀਆਂ। ਬਿਲਕੁਲ ਸਹੀ ਆਨਸਰ ਕੀਤਾ ਜੀ। ਇਹਦੇ ਵਿੱਚ ਟੋਟਲ ਈਵੈਂਟ ਕਿੰਨੇ ਹੁੰਦੇ ਨੇ? 10 ਹੁੰਦੇ ਨੇ। ਇਹ ਵੀ ਸਹੀ ਆਨਸਰ ਕੀਤਾ ਜੀ। ਹੁਣ ਜਲਦੀ ਆਨਸਰ ਕਰ ਦਿਓ, ਕੀ ਆਨਸਰ ਆਊਗਾ ਜੀ? ਡਕੈਥਲੋਨ ਗੇਮਾਂ ਇਹ 2 ਦਿਨ ਦੀਆਂ ਗੇਮਾਂ ਹੁੰਦੀਆਂ ਨੇ। ਦੂਜੇ ਦਿਨ ਕਿਹੜੇ ਕਿਹੜੇ ਈਵੈਂਟ ਹੁੰਦੇ ਨੇ ਜੀ? ਕੀ ਆਨਸਰ ਆਊਗਾ? ਠੀਕ ਹੈ ਜੀ, ਬੱਚੇ ਬੀ ਆਨਸਰ ਕਰ ਰਿਹਾ। ਬੀ ਆਨਸਰ ਰਾਜੇ ਕਿਵੇਂ ਆਊਗਾ? ਸੋ ਜਲਦੀ ਮੈਸੇਜ ਕਰ ਦੋਗੇ। ਡਕੈਥਲੋਨ ਜਿਹੜੀਆਂ ਗੇਮਾਂ ਨੇ ਇਹਦੇ ਵਿੱਚ ਟੋਟਲ ਈਵੈਂਟ 10 ਹੁੰਦੇ ਨੇ। ਦੂਜੇ ਦਿਨ ਕਿਹੜੇ ਕਿਹੜੇ ਈਵੈਂਟ ਹੁੰਦੇ ਆ? ਸੋ ਆਨਸਰ ਕੀ ਆ ਜਾਊਗਾ ਜੀ? ਇਹ ਆਨਸਰ ਕੀ ਆ ਰਾਜੇ? ਬਿਲਕੁਲ ਸਹੀ ਆ ਜੀ। ਦੂਜੇ ਦਿਨ 110 ਮੀਟਰ ਕੀ ਹਡਲ ਰੇਸ ਹੁੰਦੀ ਆ ਜੀ। ਡਿਸਕਸ ਹੋ ਗਈ ਆਪਣੀ, ਪੋਲ ਵਾਲਟ ਹੋ ਗਿਆ, ਜੈਵਲਨ ਥਰੋ ਹੋ ਗਿਆ, ਤੇ 1500 ਮੀਟਰ ਕੀ ਰੇਸ ਹੁੰਦੀ ਆ। ਸਰ ਇਹਦਾ ਕੋਈ ਤਰੀਕਾ ਦੱਸੋ ਵੀ ਸਾਨੂੰ ਕੀ ਇਹ ਯਾਦ ਰਹੇ। ਠੀਕ ਹੈ ਜੀ, ਇਹਦੀ ਕੋਈ ਟ੍ਰਿਕ ਬਣਾਓ ਵੀ ਇਹ ਸਾਨੂੰ ਯਾਦ ਰਹੇ ਜੀ। ਇਹ ਅਸੀਂ ਭੁੱਲ ਜਾਂਦੇ ਆ ਵੀ ਡਕੈਥਲੋਨ ਦੇ ਵਿੱਚ ਜਿਹੜੇ ਈਵੈਂਟ ਹੁੰਦੇ ਆ ਉਹਦਾ ਸੀਕੁਐਂਸ ਅਸੀਂ ਕਿਵੇਂ ਯਾਦ ਰੱਖੀਏ। ਤਾਂ ਆਨਸਰ ਕੀ ਆ ਗਿਆ ਰਾਜੇ? ਇਹ ਆ ਗਿਆ। ਹੁਣ ਦੇਖੋ ਜੀ, ਸਭ ਤੋਂ ਪਹਿਲਾਂ ਕੀ ਆਪਾਂ ਕੀ ਕਰ ਰਹੇ ਹਾਂ? ਡਕੈਥਲੋਨ ਕਰ ਰਹੇ ਹਾਂ ਜੀ। ਠੀਕ ਹੈ, ਡਕੈਥਲੋਨ ਦੇ ਵਿੱਚ ਜਿਹੜੇ ਈਵੈਂਟ ਹੁੰਦੇ ਆ, ਜਿਹੜੇ ਇਹ ਈਵੈਂਟ ਹੁੰਦੇ ਆ ਇਹ ਮੈਨ ਕੈਟਾਗਰੀ ਦੇ ਲਈ ਹੁੰਦੇ ਆ। ਠੀਕ ਹੈ ਜੀ, ਕਿਹਦੇ ਲਈ ਹੁੰਦੇ ਆ? ਸਰ ਇਹ ਮੈਨ ਕੈਟਾਗਰੀ ਦੇ ਲਈ ਹੁੰਦੇ ਆ। ਕਿੰਨੇ ਦਿਨ ਦੇ ਈਵੈਂਟ ਹੁੰਦੇ ਆ? ਸਰ ਇਹ 2 ਦਿਨ ਦੇ ਈਵੈਂਟ ਹੁੰਦੇ ਆ ਜੀ। ਠੀਕ ਹੈ ਜੀ, ਟੋਟਲ ਈਵੈਂਟ ਕਿੰਨੇ ਹੁੰਦੇ ਆ? ਸਰ ਇਹਦੇ ਵਿੱਚ ਟੋਟਲ ਈਵੈਂਟ ਹੁੰਦੇ ਆ 10 ਈਵੈਂਟ ਹੁੰਦੇ ਆ ਜੀ ਟੋਟਲ ਜੀ। ਪਹਿਲੇ ਦਿਨ ਕਿੰਨੇ ਈਵੈਂਟ ਹੁੰਦੇ ਆ? ਸਰ ਪਹਿਲੇ ਦਿਨ 5 ਈਵੈਂਟ ਹੁੰਦੇ ਆ ਜੀ। ਠੀਕ ਹੈ ਜੀ, ਦੂਜੇ ਦਿਨ ਈਵੈਂਟ ਕਿੰਨੇ ਹੁੰਦੇ ਆ ਜੀ? ਦੂਜੇ ਦਿਨ ਹੁੰਦੇ ਆ ਜੀ 5 ਈਵੈਂਟ। ਇਹ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਜੀ। ਠੀਕ ਹੈ ਜੀ, ਡਕੈਥਲੋਨ ਕਿਹਦੇ ਲਈ ਹੁੰਦੀ ਹੈ ਜੀ? ਇਹ ਮੈਨ ਕੈਟਾਗਰੀ ਦੇ ਲਈ ਹੁੰਦੀ ਹੈ ਜੀ। ਕਿੰਨੇ ਦਿਨ ਦੇ ਈਵੈਂਟ ਹੁੰਦੇ ਆ? 2 ਦਿਨ ਦੇ ਹੁੰਦੇ ਆ ਜੀ। ਟੋਟਲ ਈਵੈਂਟ ਕਿੰਨੇ ਹੁੰਦੇ ਆ? 10 ਹੁੰਦੇ ਆ। ਪਹਿਲੇ ਦਿਨ ਕਿੰਨੇ ਈਵੈਂਟ ਹੁੰਦੇ ਆ? 5 ਹੁੰਦੇ ਆ ਜੀ। ਦੂਜੇ ਦਿਨ ਕਿੰਨੇ ਈਵੈਂਟ ਹੁੰਦੇ ਆ? ਇਹ ਵੀ ਰਾਜੇ 5 ਹੀ ਹੁੰਦੇ ਆ। ਹੁਣ ਦੇਖੋ ਜੀ, ਇਹਨੂੰ ਮੈਂ ਕਿਵੇਂ ਯਾਦ ਕੀਤਾ ਹੋਇਆ। ਇੱਕ ਲਖਵੀਰ ਸਿੰਘ ਹੈ, ਉਹ 400 ਮੀਟਰ ਰਨਿੰਗ ਕਰਦਾ ਗਾ। ਠੀਕ ਹੈ, ਤੁਸੀਂ ਕੋਈ ਵੀ ਨਾਂ ਪਾ ਸਕਦੇ ਹੋ, ਬਟ ਮੈਂ ਕਿਵੇਂ ਯਾਦ ਕੀਤਾ ਹੋਇਆ ਜੀ? ਇੱਕ ਲਖਵੀਰ ਸਿੰਘ ਹੈ, ਉਹ 400 ਮੀਟਰ ਰਨਿੰਗ ਕਰਦਾ ਗਾ। ਹੁਣ ਦੇਖੋ ਇੱਕ ਦਾ ਕੀ ਬਣਾ ਲਿਆ ਜੀ ਆਪਾਂ? 100 ਮੀਟਰ ਹੋ ਗਿਆ ਜੀ। ਠੀਕ ਆ, 100 ਮੀਟਰ ਰਨਿੰਗ ਰੇਸ ਹੋ ਗਿਆ ਜੀ। ਲਖਵੀਰ ਦਾ ਕੀ ਹੋ ਗਿਆ ਜੀ? ਲਖਵੀਰ ਦਾ ਹੋ ਗਿਆ ਲੌਂਗ ਜੰਪ ਹੋ ਗਿਆ ਜੀ। ਠੀਕ ਆ, ਲਖਵੀਰ ਦਾ ਕੀ ਹੋ ਗਿਆ? ਐਲ ਤੋਂ ਕੀ ਹੋ ਗਿਆ? ਲੌਂਗ ਜੰਪ ਹੋ ਗਿਆ ਜੀ। ਸਿੰਘ ਦਾ ਕੀ ਹੋ ਗਿਆ ਜੀ? ਸ਼ਾਰਟ ਪੁੱਟ ਹੋ ਗਿਆ ਜੀ। ਠੀਕ ਆ ਜੀ, ਇਹ ਤੋਂ ਬਾਅਦ ਹੈ ਦਾ, ਠੀਕ ਆ, ਹੈ ਦਾ ਕੀ ਹੋ ਗਿਆ ਜੀ? ਐਚ ਆ ਗਿਆ, ਹਾਈ ਜੰਪ ਹੋ ਗਿਆ ਜੀ। 400 ਮੀਟਰ ਰਨਿੰਗ ਕਰਦਾ ਗਾ ਤਾਂ ਕੀ ਹੋ ਗਿਆ? 400 ਮੀਟਰ ਰੇਸ ਹੋ ਗਈ ਜੀ। ਸਭ ਤੋਂ ਸੌਖਾ ਤਰੀਕਾ ਰਾਜੇ, ਇੱਕ ਵਾਰੀ ਤੁਸੀਂ ਇਹਨੂੰ ਅਪਲਾਈ ਕਰੋਗੇ, ਥੋੜਾ ਇਹਨੂੰ ਯਾਦ ਕਰੋਗੇ। ਇੱਕ ਲਖਵੀਰ ਸਿੰਘ ਹੈ, ਉਹ 400 ਮੀਟਰ ਰਨਿੰਗ ਕਰਦਾ ਗਾ। ਇੱਕ ਦਾ ਮੈਂ ਕੀ ਬਣਾ ਲਿਆ? ਇੱਕ ਦਾ ਬਣਾ ਲਿਆ ਮੈਂ 100 ਮੀਟਰ ਬਣਾ ਲਿਆ ਜੀ। ਲਖਵੀਰ ਦਾ ਹੋ ਗਿਆ ਲੌਂਗ ਜੰਪ ਹੋ ਗਿਆ ਜੀ। ਸਿੰਘ ਦਾ ਹੋ ਗਿਆ ਸ਼ਾਰਟ ਪੁੱਟ ਹੋ ਗਿਆ ਜੀ। ਹੈ ਦਾ ਮਤਲਬ ਕੀ ਆ ਜੀ? ਹੈ ਦਾ ਮਤਲਬ ਹੋ ਗਿਆ ਹਾਈ ਜੰਪ ਹੋ ਗਿਆ ਜੀ।
400 मीटर रनिंग, ये तो पता ही लग गया ना राजे। 400 मीटर रनिंग का की हो गया 400 मीटर होगा जी, सब तो सौखा तरीका जी। ये तो बाद की आ गया जी 110 मीटर, ठीक है जी 110 मीटर आ गया डीपी, जैवलिन थ्रो करता तो उन्होंने 1500 दिता जाऊगा जी, ठीक है जी 110 मीटर डीपी जैवलिन थ्रो करता गा तो उन्होंने 1500 इनाम दिता जाऊगा। 110 मीटर का की हो गया जी 110 मीटर हडल रेस होगी जी, ठीक है जी। ये तो बाद की आ गया देखो जैवलिन थ्रो आ गया, जैवलिन थ्रो का आपको पता ही लग गया। सब तो पहला देखो राजे 110 मीटर आपको पता ना राजे ये हडल रेस होंगी आ। डी का की हो गया जी, डी का हो गया सर डिस्कस थ्रो हो गया, पी का की हो गया सर पोल वाल्ट हो गया जी, ठीक है। थ्रो का की हो गया हुण देखो जैवलिन थ्रो लिखा हुआ इनू जमा सेम ही ले लओगे, की हो गया राजे जैवलिन थ्रो हो गया, तो 1500 का की हो गया 1500 मीटर हो गया। सब तो सौखा तरीका राजे, जेकर तुहानू वधिया लगे इनू तुसीं अप्लाई कर सकते हो। जेकर तुहानू ये नहीं समझ लगे जी तुसीं कि अपने अकॉर्डिंग की तुसीं इनू याद करना इंपोर्टेंट है कि पक्का पेपर दे विच आऊगा, बट सब तो सौखा तरीका यही आ डिकैथलॉन दे विच जिन्ने भी ईवेंट हुंदे उहनू याद करन दा जी, ठीक है जी। ये की तुसीं राजे याद करोगे जी, एक बारी मैस कर दो तुहानू ये समझ लग्या, फिर आपां अगे मूव करते हैं। इंपोर्टेंट है जी, ये विचों सवाल पक्का आउंदा जी, सारे बच्चे मैस कर दो फिर आप अगे मूव करते हैं जी। डिकैथलॉन किहदे लई हुंदा सर, ये मैन कैटागरी दे लई हुंदा। हाँ जी हाँ राजे बिल्कुल सही है जी, ये 2 दिन के ईवेंट होंगे जी, सही है जी। ये टोटल ईवेंट 10 होंगे जी, पहले दिन 5 ईवेंट होंगे, दूजे दिन की 5 ईवेंट होंगे आ। सर याद किवें करना जी, एक लखवीर सिंह है वो 400 मीटर रनिंग करता जी, ठीक है। एक का हो गया 100 मीटर हो गया, लखवीर का की हो गया लॉन्ग जंप हो गया, सिंह का हो गया शॉर्ट पुट हो गया, है का हो गया हाई जंप जी। 400 मीटर रनिंग करता मतलब 400 मीटर हो गया जी, ठीक है राजे। अगे मूव करते हैं आप, ठीक है। यह तो बाद की आ गया जी हैप्टाथलॉन आ गया, ठीक है। इनू कट दो तुसीं, इत्थे की जी हैप्टाथलॉन आ गया। आपां नूं पता जिहड़ा हैप्टाथलॉन ईवेंट आ यह जी वूमेन कैटागरी दे लई हुंदा जी। आपां डिकैथलॉन तां कर लिया जी, हुण कर रहे हैं जिहड़ा हैप्टाथलॉन ईवेंट हुंदा यह वूमेन कैटागरी दे लई हुंदा जी। किन्ने दिन दे ईवेंट हुंदे आ सर, 2 दिन दे हुंदे आ। टोटल ईवेंट किन्ने हुंदे आ, 7 ईवेंट हुंदे आ। पहले दिन किन्ने ईवेंट होंगे आ, 4 होंगे आ जी। दूजे दिन किन्ने ईवेंट होंगे आ सर, 3 ईवेंट होंगे आ। ये याद रखोगे इंपोर्टेंट है जी। हैप्टाथलॉन जेडे ईवेंट आ वो वूमेन कैटागरी दे लई हुंदे आ जी, 2 दिन दे ईवेंट होंगे ने जी, ते टोटल जेडे ईवेंट होंगे आ वो 7 होंगे ने जी। पहले दिन 4 ईवेंट होंगे आ, दूजे दिन की आ राजे 3 ईवेंट होंगे आ, ठीक है। पहले दिन जेडे ईवेंट होंगे आ जी 100 मीटर की हडल रेस होगी जी, हाई जंप हो गया, शॉर्ट पुट हो गया, तो 200 मीटर रेस होगी जी। दूजे दिन जेडे ईवेंट होंगे जी लॉन्ग जंप हो गया, जैवलिन थ्रो हो गया, तो 800 मीटर रेस होगी जी। ये याद रखोगे ये वूमेन कैटागरी के लिए की आ राजे ये ईवेंट होंगे ने। तो जल्दी मैस करो ਜਿਹੜਾ अपना डिकैथलॉन ईवेंट है जी वो किहदे लई हुंदा जी, किन्ने ईवेंट हुंदे आ जी, किन्ने दिन दे ईवेंट हुंदे आ जी, पहले दिन किन्ने ईवेंट हुंदे आ, दूजे दिन किन्ने ईवेंट हुंदे आ। तो जल्दी मैस कर दो फिर आप अगे मूव करते हैं जी, ठीक है जी। जल्दी मैस करोगे की आंसर आऊगा। हुण देखो की लिखा साई लिखा हुआ स्पोर्ट्स अथॉरिटी ऑफ इंडिया, ਇਹਦੀ ਸਥਾਪਨਾ ਕਿਹੜੇ ਸਾਲ ਦੇ ਵਿੱਚ ਹੋਈ ਸੀਗੀ। ਤੁਸੀਂ ਇਹੀ ਦੱਸਣਾ, ਸਵਾਲ ਨੂੰ ਦੇਖ ਕੇ ਕਨਫਿਊਜ਼ ਨਾ ਹੋਇਓ। ਜਿਹੜੀ ਸਾਈ ਆ ਸਪੋਰਟਸ ਅਥਾਰਟੀ ਆਫ ਇੰਡੀਆ, ਇਹਦੀ ਸਥਾਪਨਾ ਕਿਹੜੇ ਸਾਲ ਦੇ ਵਿੱਚ ਹੋਈ ਜੀ। 1961 ਦੇ ਵਿੱਚ ਹੋਈ, 1984 ਦੇ ਵਿੱਚ ਹੋਈ, 1920 ਦੇ ਵਿੱਚ ਹੋਈ ਜਾਂ ਫਿਰ 1957 ਦੇ ਵਿੱਚ ਹੋਈ। ਕੀ ਆਨਸਰ ਆਊਗਾ ਜੀ। ਸਪੋਰਟਸ ਅਥਾਰਟੀ ਆਫ ਇੰਡੀਆ ਦੀ ਸਥਾਪਨਾ ਕਿਹੜੇ ਸਾਲ ਦੇ ਵਿੱਚ ਹੋਈ। ठीक है राजे बिल्कुल सही आंसर कर रहे हो। आंसर किया हुआ बी आंसर किया बिल्कुल सही है जी। स्पोर्ट्स अथॉरिटी ऑफ इंडिया की स्थापना हुई सी 1984 ਦੇ ਵਿੱਚ ਕੀ ਆ ਰਾਜੇ ਇਹਦੀ ਸਥਾਪਨਾ ਹੋਈ। ਹੁਣ ਦੇਖੋ ਜੀ 1961 ਲਿਖਿਆ ਹੋਇਆ ਜੀ, 1961 ਦੇ ਵਿੱਚ ਜੀ ਅਰਜਨ ਅਵਾਰਡ ਦੀ ਸਥਾਪਨਾ ਹੋਈ ਸੀ ਜੀ। 1961 ਦੇ ਵਿੱਚ ਜੀ ਅਰਜਨ ਅਵਾਰਡ ਕਿਹਨੂੰ ਦਿੱਤਾ ਜਾਂਦਾ ਜੀ ਸਰ, ਇਹ ਖਿਡਾਰੀ ਨੂੰ ਦਿੱਤਾ ਜਾਂਦਾ। ਜਿਹੜਾ ਅਰਜਨ ਅਵਾਰਡ ਹੈ ਜੀ ਇਹ ਖਿਡਾਰੀ ਨੂੰ ਦਿੱਤਾ ਜਾਂਦਾ। 1961 ਦੇ ਵਿੱਚ ਇਹਦੀ ਸਥਾਪਨਾ ਹੋਈ ਸੀ। ਇਹਦੇ ਵਿੱਚ ਕਿੰਨਾ ਇਨਾਮ ਦਿੱਤਾ ਜਾਂਦਾ ਜੀ, ਇਹਦੇ ਵਿੱਚ 15 ਲੱਖ ਰੁਪਇਆ ਇਨਾਮ ਕੀ ਆ ਦਿੱਤਾ ਜਾਂਦਾ ਜੀ। ਸਰ ਇਹ ਤਾਂ ਸਾਨੂੰ ਪਤਾ ਲੱਗ ਗਿਆ, ਹੁਣ 1920 ਵੀ ਦੱਸ ਦਿਓ। ਦੇਖੋ ਰਾਜੇ ਜਿਵੇਂ ਕਿ ਹੋ ਗਿਆ ਬਾਈ MCA ਕਾਲਜ ਦੀ ਸਥਾਪਨਾ ਕਦੋਂ ਹੋਈ ਸੀ, ਤਾਂ ਆਨਸਰ ਕੀ ਕਰਾਂਗੇ 1920 ਦੇ ਵਿੱਚ ਸਰ ਬਾਈ MCA ਕਾਲਜ ਦੀ ਸਥਾਪਨਾ ਹੋਈ ਸੀ। ਠੀਕ ਹੈ ਜੀ। ਇਹਦੀ ਸਥਾਪਨਾ ਕਿਹਨੇ ਕੀਤੀ ਸੀ, HC ਬੱਕ ਨੇ ਕੀਤੀ ਸੀਗੀ ਜੀ।
HC ਬਕ ਕੌਣ ਆ ਜੀ? ਇੰਡੀਆ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਦੇ ਫਾਦਰ ਕਿਹਨੂੰ ਕਿਹਾ ਜਾਂਦਾ? ਤਾਂ ਆਨਸਰ ਕੀ ਕਰਾਂਗੇ? HC ਬਕ ਨੂੰ ਇੰਡੀਆ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਦੇ ਫਾਦਰ ਕਿਹਾ ਜਾਂਦਾ ਜੀ। ਇਸ ਤੋਂ ਬਾਅਦ ਕੀ ਆ ਗਿਆ? 1957 ਆ ਗਿਆ ਜੀ, ਲక్ష్ਮੀ ਬਾਈ ਕਾਲਜ ਫਿਜ਼ੀਕਲ ਐਜੂਕੇਸ਼ਨ। ਇਹਦੀ ਸਥਾਪਨਾ ਕਦੋਂ ਹੋਈ ਸੀਗੀ ਜੀ? 1957 ਦੇ ਵਿੱਚ ਹੋਈ ਸੀ। ਮੈਸ ਕਰ ਦੋ, ਤੁਹਾਨੂੰ ਇਹ ਸਾਰਾ ਕੁਝ ਸਮਝ ਲੱਗਿਆ। ਫਿਰ ਆਪਾਂ ਅੱਗੇ ਮੂਵ ਕਰਦੇ ਹਾਂ ਜੀ। ਯਾਦ ਰੱਖੋਗੇ ਸਪੋਰਟਸ ਅਥਾਰਟੀ ਆਫ ਇੰਡੀਆ, ਇਹਦੀ ਸਥਾਪਨਾ 1984 ਦੇ ਵਿੱਚ ਹੋਈ ਸੀਗੀ ਜੀ। ਇਸ ਤੋਂ ਬਾਅਦ ਆ ਗਿਆ ਅਰਜਨ ਅਵਾਰਡ ਦੀ ਸਥਾਪਨਾ ਕਦੋਂ ਹੋਈ ਸੀ? 1961 ਦੇ ਵਿੱਚ ਹੋਈ ਸੀ। ਇੱਕ ਬੱਚੇ ਨੇ ਮੈਸ ਕਰਤਾ ਵੀ NIS ਦੀ ਸਥਾਪਨਾ ਵੀ ਕਦੋਂ ਹੋਈ ਸੀ? 1961 ਦੇ ਵਿੱਚ ਹੋਈ ਸੀ। ਬਿਲਕੁਲ ਸਹੀ ਹੈ ਰਾਜੇ। NIS ਦੀ ਸਥਾਪਨਾ ਇਹ ਵੀ ਕਦੋਂ ਹੋਈ ਸੀਗੀ ਜੀ? 1961 ਦੇ ਵਿੱਚ ਹੋਈ ਸੀਗੀ। ਕੀ ਆਨਸਰ ਆਊਗਾ ਜੀ? ਜਲਦੀ ਮੈਸੇਜ ਕਰ ਦਿਓ, ਕੀ ਆਨਸਰ ਆਊਗਾ ਜੀ? ਇੱਕ ਵਾਰੀ ਜਲਦੀ ਆਨਸਰ ਕਰੋਗੇ, ਕੀ ਆਨਸਰ ਆਊਗਾ ਜੀ? ਹੁਣ ਦੇਖੋ ਕੀ ਲਿਖਿਆ ਹੋਇਆ, ਦੇਖੋ ਰਾਜੇ, ਅਡਾਪਟੇਸ਼ਨ ਹੋ ਰਹੀ ਆ। ਕਿਹਦੀ ਅਡਾਪਟੇਸ਼ਨ ਹੋ ਰਹੀ ਆ? ਜੋ ਵੀ ਟ੍ਰੇਨਿੰਗ ਲੋਡ ਆ ਐਟ ਹਾਈ ਐਲਟੀਟਿਊਡ, ਠੀਕ ਹੈ ਰਾਜੇ, ਹਾਈ ਐਲਟੀਟਿਊਡ ਤੇ ਕੋਈ ਖਿਡਾਰੀ ਪ੍ਰੈਕਟਿਸ ਕਰ ਰਿਹਾ, ਜਿੰਨਾ ਉਹਨੂੰ ਲੋਡ ਦਿੱਤਾ ਜਾ ਰਿਹਾ ਉਹਦੀ ਉਹ ਅਡਾਪਟੇਸ਼ਨ ਕਰ ਰਿਹਾ, ਉਹਨੂੰ ਕੀ ਕਹਾਂਗੇ ਅਸੀਂ? ਮੋਸਟ ਇੰਪੋਰਟੈਂਟ ਸਵਾਲ ਆ ਪੇਪਰ ਦੇ ਲਈ ਇਹ, ਠੀਕ ਹੈ। ਕੋਈ ਖਿਡਾਰੀ ਆ ਉਹ ਹਾਈ ਐਲਟੀਟਿਊਡ ਤੇ ਪ੍ਰੈਕਟਿਸ ਕਰ ਰਿਹਾ, ਜੋ ਵੀ ਉਹਨੂੰ ਲੋਡ ਦਿੱਤਾ ਜਾ ਰਿਹਾ ਉਹਨੂੰ ਉਹ ਕੀ ਅਡਾਪਟ ਕਰ ਰਿਹਾ, ਉਹਦੀ ਅਡਾਪਟੇਸ਼ਨ ਹੋ ਰਹੀ ਆ, ਉਹਨੂੰ ਕੀ ਕਹਾਂਗੇ ਅਸੀਂ? ਆਪਸ਼ਨ ਏ ਦੇ ਵਿੱਚ ਕੀ ਲਿਖਿਆ? ਉਹਨੂੰ ਅਸੀਂ ਟ੍ਰਾਂਜੀਸ਼ਨ ਪੀਰੀਅਡ ਕਹਾਂਗੇ ਜੀ, ਉਹਨੂੰ ਅਸੀਂ ਸੁਪਰ ਕੰਪਨਸੇਸ਼ਨ ਕਹਾਂਗੇ, ਉਹਨੂੰ ਅਸੀਂ ਐਕਲਮਟਾਈਜੇਸ਼ਨ ਕਹਾਂਗੇ। ਜਲਦੀ ਮੈਸੇਜ ਕਰੋਗੇ ਜੀ, ਮੋਸਟ ਇੰਪੋਰਟੈਂਟ ਸਵਾਲ ਆ। ਜਿਹੜੇ ਬੱਚੇ ਨੇ ਇਹਦਾ ਆਨਸਰ ਕਰਤਾ, ਠੀਕ ਹੈ ਜੀ, ਉਹਦਾ ਪੇਪਰ ਕੀ ਕੁਆਲੀਫਾਈ ਹੋ ਗਿਆ। ਦੇਖ ਰਹੇ ਕਿਹੜਾ ਬੱਚਾ ਸਹੀ ਆਨਸਰ ਕਰੂਗਾ। ਕਿਆ ਬਾਤ ਹੈ, ਸਾਰੇ ਬੱਚੇ ਬੀ ਆਨਸਰ ਕਰ ਰਹੇ ਹੋ। ਬੀ ਆਨਸਰ ਕਿਵੇਂ ਆਊਗਾ ਜੀ? ਸੁਪਰ ਕੰਪਨਸੇਸ਼ਨ ਕਿਵੇਂ ਆਊਗਾ? ਠੀਕ ਹੈ ਜੀ। ਹੁਣ ਦੇਖੋ ਮੈਨੂੰ ਕੋਈ ਲੋਡ ਦਿੱਤਾ, ਠੀਕ ਹੈ, ਮੈਨੂੰ ਲੋਡ ਦਿੱਤਾ ਨਾਰਮਲ, ਮੈਂ ਉਹਦੀ ਰਿਕਵਰੀ ਕਰ ਗਿਆ ਜੀ, ਮੈਂ ਉਹਦੀ ਰਿਕਵਰੀ ਕਰ ਗਿਆ। ਰਿਕਵਰੀ ਤੋਂ ਬਾਅਦ ਜਿਹੜੀ ਸਟੇਜ ਆਊ ਉਹਨੂੰ ਕੀ ਕਹਾਂਗੇ ਅਸੀਂ? ਸੁਪਰ ਕੰਪਨਸੇਸ਼ਨ ਕਹਾਂਗੇ। ਬਟ ਇਹਦੇ ਵਿੱਚ ਕੀ ਲਿਖਿਆ? ਅਡਾਪਟੇਸ਼ਨ ਹੋ ਰਹੀ ਹੈ ਕਿਸੇ ਖਿਡਾਰੀ ਦੀ ਹਾਈ ਐਲਟੀਟਿਊਡ ਤੇ, ਠੀਕ ਹੈ ਜੀ। ਜਦੋਂ ਦੇਖੋ ਜੀ, ਜਦੋਂ ਆ ਗਿਆ ਸਵਾਲ ਦੇ ਵਿੱਚ ਵੀ ਕੋਈ ਖਿਡਾਰੀ ਆ ਉਹਦੀ ਅਡਾਪਟੇਸ਼ਨ ਹੋ ਰਹੀ ਹੈ, ਜੋ ਵੀ ਉਹਨੂੰ ਲੋਡ ਦਿੱਤਾ ਕਿੱਥੇ ਜੀ? ਹਾਈ ਐਲਟੀਟਿਊਡ ਤੇ। ਜਦੋਂ ਵੀ ਆ ਗਿਆ ਹਾਈ ਐਲਟੀਟਿਊਡ ਤਾਂ ਆਨਸਰ ਕੀ ਕਰਨਾ ਸੀ? ਸੀ ਆਨਸਰ ਕਰਨਾ ਜੀ। ਜੇਕਰ ਸਵਾਲ ਆ ਗਿਆ ਵੀ ਅਡਾਪਟੇਸ਼ਨ ਹੋ ਰਹੀ ਆ, ਜੋ ਵੀ ਖਿਡਾਰੀ ਨੂੰ ਲੋਡ ਦਿੱਤਾ, ਸਿੰਪਲ ਆ ਗਿਆ ਜੀ, ਅਡਾਪਟੇਸ਼ਨ ਟੂ ਲੋਡ, ਤਾਂ ਆਨਸਰ ਕੀ ਕਰਾਂਗੇ? ਸੁਪਰ ਕੰਪਨਸੇਸ਼ਨ। ਜੇਕਰ ਸਵਾਲ ਆ ਗਿਆ ਵੀ ਅਡਾਪਟੇਸ਼ਨ ਹੋ ਰਹੀ ਆ ਕਿਸੇ ਖਿਡਾਰੀ ਦੀ ਹਾਈ ਐਲਟੀਟਿਊਡ ਤੇ, ਤਾਂ ਆਨਸਰ ਕੀ ਕਰਨਾ? ਐਕਲਮਟਾਈਜੇਸ਼ਨ ਕਰਨਾ, ਠੀਕ ਹੈ ਜੀ। ਜੇਕਰ ਸਿੰਪਲ ਸਵਾਲ ਆਇਆ ਅਡਾਪਟੇਸ਼ਨ ਟੂ ਲੋਡ, ਉਹਨੂੰ ਕੀ ਕਹਿੰਦੇ ਅਸੀਂ? ਉਹਨੂੰ ਅਸੀਂ ਸੁਪਰ ਕੰਪਨਸੇਸ਼ਨ ਕਹਿ ਦਿੰਦੇ ਆ। ਹੁਣ ਦੇਖੋ ਕੀ ਲਿਖਿਆ? ਟ੍ਰਾਂਜੀਸ਼ਨ ਪੀਰੀਅਡ ਲਿਖਿਆ ਹੋਇਆ ਜੀ, ਇਹਨੂੰ ਕੀ ਕਹਿੰਦੇ ਆ ਜੀ? ਇਹਨੂੰ ਅਸੀਂ ਰਿਕਵਰੀ ਪੀਰੀਅਡ ਕਹਿ ਦਿੰਦੇ ਆ। ਇਹ ਸਵਾਲ ਪੱਕਾ ਪੇਪਰ ਦੇ ਵਿੱਚ ਆਉਂਦਾ ਵੀ ਜਿਹੜਾ ਟ੍ਰਾਂਜੀਸ਼ਨ ਪੀਰੀਅਡ ਹੁੰਦਾ ਉਹਨੂੰ ਅਸੀਂ ਹੋਰ ਕਿਹੜੇ ਨਾਮ ਨਾਲ ਜਾਣਦੇ ਆ? ਇਹ ਕੀ ਆ? ਰਿਕਵਰੀ ਫੇਜ਼ ਹੁੰਦਾ ਜੀ ਖਿਡਾਰੀ ਦਾ, ਠੀਕ ਹੈ ਜੀ। ਸੋ ਥੋੜਾ ਹੋਰ ਦੇਖੋ ਜੀ, ਇੱਥੇ ਦੇਖੋ ਰਾਜੇ, ਖਿਡਾਰੀ ਨੂੰ ਕੀ ਆ? ਲੋਡ ਦਿੱਤਾ। ਇੱਥੇ ਕੀ ਹੋ ਗਿਆ? ਖਿਡਾਰੀ ਨੂੰ ਲੋਡ ਦਿੱਤਾ, ਠੀਕ ਆ, ਸਿੰਪਲ ਲੋਡ ਦਿੱਤਾ ਜੀ। ਜਿੰਨਾ ਲੋਡ ਦਿੱਤਾ ਓਨੀ ਕੀ ਕਰ ਲਈ ਉਹਨੇ? ਰਿਕਵਰੀ ਕਰ ਲਈ। ਓਨੀ ਕੀ ਕਰ ਲਈ ਉਹਨੇ? ਰਿਕਵਰੀ ਕਰ ਲਈ। ਤੇ ਇਹ ਤੋਂ ਬਾਅਦ ਜਿਹੜੀ ਸਟੇਜ ਆਊ ਉਹਨੂੰ ਕੀ ਕਹਿੰਦੇ ਆ ਅਸੀਂ? ਸੁਪਰ ਕੰਪਨਸੇਸ਼ਨ ਕਹਿ ਦਿੰਦੇ ਆ। ਇਹ ਯਾਦ ਰੱਖੋਗੇ, ਠੀਕ ਹੈ ਜੀ। ਹੁਣ ਦੇਖੋ ਮੈਨੂੰ ਲੋਡ ਦਿੱਤਾ 5 ਕਿਲੋ ਦਾ, ਮੈਨੂੰ ਲੋਡ ਦਿੱਤਾ, ਠੀਕ ਹੈ, 5 kg ਦਾ ਮੈਨੂੰ ਉਹਨੇ ਲੋਡ ਦਿੱਤਾ ਜੀ। ਤੇ ਕੀ ਆ? 5 kg ਦਾ ਕੀ ਆ? ਮੈਂ ਰਿਕਵਰੀ ਕਰ ਲਿਆ। ਜਾਂ ਫਿਰ ਮੈਨੂੰ 5 ਰੁਪਿਆਂ ਦਾ ਲੋਡ ਦਿੱਤਾ, ਜਿੰਨਾ ਮੈਨੂੰ 5 ਰੁਪਿਆਂ ਦਾ ਲੋਡ ਦਿੱਤਾ ਸੀ ਮੈਂ ਓਨੀ ਕੀ ਕਰ ਗਿਆ? ਰਿਕਵਰੀ ਕਰ ਗਿਆ। ਤੇ ਉਹ ਤੋਂ ਬਾਅਦ ਜਿਹੜੀ ਮੇਰੀ ਸਟੇਜ ਆਊ ਉਹਨੂੰ ਕੀ ਕਹਿੰਦੇ ਆ ਅਸੀਂ? ਉਹਨੂੰ ਸੁਪਰ ਕੰਪਨਸੇਸ਼ਨ ਕਹਿ ਦਿੰਦੇ ਆ। ਮੈਸੇਜ ਕਰ ਦੋ ਰਾਜੇ, ਸਮਝ ਲੱਗਿਆ? ਫਿਰ ਆਪਾਂ ਅੱਗੇ ਮੂਵ ਕਰਦੇ ਹਾਂ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸੁਪਰ ਕੰਪਨਸੇਸ਼ਨ ਕੀ ਹੁੰਦਾ, ਐਕਲਮਟਾਈਜੇਸ਼ਨ ਕੀ ਹੁੰਦਾ ਜੀ। ਜੇਕਰ ਕਿਸੇ ਵਿਅਕਤੀ ਨੂੰ ਅਸੀਂ ਸਿੰਪਲ ਲੋਡ ਦਿੰਦੇ ਆ, ਠੀਕ ਹੈ ਜੀ, ਉਹ ਤੇ ਉਹ ਅਡਾਪਟ ਹੋ ਰਿਹਾ, ਅਡਾਪਟੇਸ਼ਨ ਕਰ ਰਿਹਾ, ਉਹਨੂੰ ਕੀ ਕਹਿੰਦੇ ਆ ਅਸੀਂ? ਉਹਨੂੰ ਸਾਰਾ ਅਸੀਂ ਸੁਪਰ ਕੰਪਨਸੇਸ਼ਨ ਕਹਿੰਦੇ ਆ ਜੀ। ਜੇਕਰ ਅਸੀਂ ਕਿਸੇ ਖਿਡਾਰੀ ਨੂੰ ਲੋਡ ਦੇ ਰਹੇ ਹਾਂ, ਲੋਡ ਵੀ ਕਿੱਥੇ ਦੇ ਰਹੇ ਹਾਂ? ਹਾਈ ਐਲਟੀਟਿਊਡ ਤੇ, ਠੀਕ ਹੈ ਜੀ, ਉਹਨੂੰ ਕੀ ਕਹਿੰਦੇ ਆ ਅਸੀਂ? ਐਕਲਮਟਾਈਜੇਸ਼ਨ ਕਹਿ ਦਿੰਦੇ ਆ ਜੀ। ਓਕੇ ਰਾਜੇ, ਕੀ ਆਨਸਰ ਆਊਗਾ? ਜਲਦੀ ਮੈਸੇਜ ਕਰ ਦੋਗੇ, ਠੀਕ ਹੈ ਜੀ। ਜੋ ਸਾਡੇ ਹਿਰਦੇ ਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰਦਾ ਉਹਨੂੰ ਕੀ ਕਹਿੰਦੇ ਆ ਅਸੀਂ? ਮੋਸਟ ਇੰਪੋਰਟੈਂਟ ਸਵਾਲ ਆ, 168 DP ਦੇ ਵਿੱਚ ਇਹ ਸਵਾਲ ਆਇਆ ਹੋਇਆ ਜੀ, ਠੀਕ ਹੈ ਜੀ। ਜੋ ਸਾਡੇ ਹਾਰਟ ਨੂੰ ਸੱਜੇ ਤੇ ਖੱਬੇ ਹਿੱਸੇ ਦੇ ਵਿੱਚ ਡਿਵਾਈਡ ਕਰਦਾ ਉਹਨੂੰ ਕੀ ਕਹਿੰਦੇ ਆ ਜੀ? ਉਹਨੂੰ ਸਾਰਾ ਅਸੀਂ ਸੈਪਟਮ ਕਹਿ ਦਿੰਦੇ ਆ, ਉਹਨੂੰ ਸਟਰਨਮ ਕਹਿ ਦਿੰਦੇ ਆ, ਉਹਨੂੰ ਅਸੀਂ ਮਾਇਓਕਾਰਡੀਅਮ ਕਹਿ ਦਿੰਦੇ ਆ, ਜਾਂ ਉਹਨੂੰ ਅਸੀਂ ਸਟੈਪਸ ਕਹਿ ਦਿੰਦੇ ਆ ਜੀ।
ਕੀ ਆंसर ਆਊਗਾ ਜੀ? ਠੀਕ ਹੈ ਜੀ, ਬਿਲਕੁਲ ਸਹੀ ਆंसर ਕਰ ਰਹੇ ਹੋ, ਜਲਦੀ ਆंसर ਕਰੋਗੇ। ਜੋ ਸਾਡੇ ਹਿਰਦੇ ਨੂੰ, ਜੋ ਸਾਡੇ ਹਾਰਟ ਨੂੰ ਖੱਬੇ ਤੇ ਸੱਜੇ ਹਿੱਸੇ ਵਿੱਚ, ਠੀਕ ਹੈ ਜੀ, ਖੱਬੇ ਤੇ ਸੱਜੇ ਹਿੱਸੇ ਵਿੱਚ ਡਿਵਾਈਡ ਕਰ ਰਿਹਾ, ਉਹਨੂੰ ਕੀ ਕਹਿੰਦੇ ਆ? ਉਹਨੂੰ ਅਸੀਂ ਸੈਪਟਮ ਕਹਿ ਦਿੰਦੇ ਆ। ਠੀਕ ਹੈ ਜੀ। ਹੁਣ ਦੇਖੋ ਇਹ ਕੀ ਹੋਗੀ? ਸਾਡੀ ਨੋਜ਼ ਹੋ ਗਈ, ਠੀਕ ਹੈ, ਨੋਸਟ੍ਰੇਲ ਹੋ ਗਈ। ਜੋ ਸਾਡੀ ਨੋਜ਼ ਨੂੰ ਖੱਬੇ ਤੋਂ ਸੱਜੇ ਹਿੱਸੇ ਵਿੱਚ ਡਿਵਾਈਡ ਕਰ ਰਿਹਾ, ਉਹਨੂੰ ਕੀ ਕਹਿੰਦੇ ਆ ਅਸੀਂ? ਉਹਨੂੰ ਸਰ ਸੈਪਟਮ ਕਹਿ ਦਿੰਦੇ ਆ। ਜੋ ਸਾਡੇ ਹਿਰਦੇ ਨੂੰ, ਜੋ ਸਾਡੇ ਦਿਲ ਨੂੰ ਖੱਬੇ ਤੋਂ ਸੱਜੇ ਹਿੱਸੇ ਵਿੱਚ ਡਿਵਾਈਡ ਕਰ ਰਿਹਾ, ਉਹਨੂੰ ਕੀ ਕਹਿੰਦੇ ਆ ਅਸੀਂ? ਸੈਪਟਮ ਕਹਿ ਦਿੰਦੇ ਆ। ਹੁਣ ਦੇਖੋ ਇਹਦੇ ਵਿੱਚ ਲਿਖਿਆ ਹੋਇਆ ਸਟਰਨਮ ਲਿਖਿਆ ਹੋਇਆ। ਕਈ ਬੱਚੇ ਇਹ ਕੀ ਆ ਸਿਲੈਕਟ ਕਰੇ ਆਉਂਦੇ ਆ ਵੀ ਜੋ ਸਾਡੇ ਦਿਲ ਨੂੰ ਖੱਬੇ ਤੋਂ ਸੱਜੇ ਹਿੱਸੇ ਵਿੱਚ ਡਿਵਾਈਡ ਕਰਦਾ, ਉਹਨੂੰ ਅਸੀਂ ਸਟਰਨਮ ਕਹਿ ਦਿੰਦੇ ਆ। ਠੀਕ ਆ ਮੇਰੇ ਬਾਈ, ਜਿਹੜੀ ਸਟਰਨਮ ਹੁੰਦੀ ਆ ਨਾ, ਇਹ ਹੱਡੀ ਹੁੰਦੀ ਆ। ਇਹ ਕੀ ਹੁੰਦੀ ਆ? ਇਹ ਚੈਸਟ ਬੋਨ ਹੁੰਦੀ ਆ, ਇਹ ਤੁਸੀਂ ਯਾਦ ਰੱਖੋਗੇ। ਠੀਕ ਹੈ ਜੀ। ਹਿਊਮਨ ਬੋਡੀ ਦੇ ਵਿੱਚ ਜਿਹੜੀ ਚੈਸਟ ਬੋਨ ਹੁੰਦੀ ਆ, ਗਿਣਤੀ ਦੇ ਵਿੱਚ ਇੱਕ ਹੁੰਦੀ ਆ ਜੀ। ਠੀਕ ਹੈ ਜੀ, ਗਿਣਤੀ ਦੇ ਵਿੱਚ ਇੱਕ ਹੁੰਦੀ ਆ। ਇਹ ਤੋਂ ਬਾਅਦ ਕੀ ਆ ਗਿਆ? ਮਾਇਓਕਾਰਡੀਅਮ। ਸਟਾਰਟਿੰਗ ਦੇ ਵਿੱਚ ਕੀਤਾ ਸੀ ਆਪਾਂ ਮਾਇਓ। ਠੀਕ ਹੈ, ਜਦੋਂ ਵੀ ਮਾਇਓ ਆ ਜੇ ਤਾਂ ਸਮਝ ਜੋ ਅਸੀਂ ਮਸਲ ਦੀ ਗੱਲ ਕਰ ਰਹੇ ਹਾਂ। ਤਾਂ ਮਾਇਓਕਾਰਡੀਅਮ ਕੀ ਹੁੰਦਾ ਜੀ? ਇਹ ਕੀ ਹੁੰਦੇ ਆ? ਸਾਡੇ ਹਾਰਟ ਮਸਲ ਹੁੰਦੇ ਆ, ਸਾਡੇ ਦਿਲ ਦੇ ਕੀ ਆ? ਮਸਲ ਹੁੰਦੇ ਆ ਜੀ। ਉਹਨੂੰ ਕੀ ਕਹਿੰਦੇ ਆ? ਮਾਇਓਕਾਰਡੀਅਮ ਕਹਿ ਦਿੰਦੇ ਆ। ਸਟੈਪਸ ਕੀ ਹੁੰਦਾ ਜੀ? ਇਹ ਕੀ ਹੁੰਦੀ ਆ? ਹਿਊਮਨ ਬੋਡੀ ਦੇ ਵਿੱਚ ਸਭ ਤੋਂ ਸਮੋਲੈਸਟ ਬੋਨ ਹੁੰਦੀ ਆ ਜੀ। ਠੀਕ ਹੈ ਜੀ। ਸਟੈਪਸ ਕੀ ਆ ਜੀ? ਦੇਖੋ ਲਿਖਿਆ ਹੋਇਆ ਰਾਜੇ, ਸਟੈਪਸ ਕੀ ਆ ਜੀ? ਸਰ ਇਹ ਹਿਊਮਨ ਬੋਡੀ ਦੇ ਵਿੱਚ ਸਭ ਤੋਂ ਸਮੋਲੈਸਟ ਬੋਨ ਹੁੰਦੀ ਆ। ਇਹਦੀ ਲੋਕੇਸ਼ਨ ਕਿੱਥੇ ਹੁੰਦੀ ਆ? ਸਰ ਇਹ ਸਾਡੇ ਕੰਨ ਦੇ ਵਿੱਚ ਹੁੰਦੀ ਆ ਜੀ। ਜਿਹੜੀਆਂ ਆਪਣੀਆਂ ਕੰਨ ਦੇ ਵਿੱਚ ਹੱਡੀਆਂ ਹੁੰਦੀਆਂ, ਟੋਟਲ ਗਿਣਤੀ ਦੇ ਵਿੱਚ ਕਿੰਨੀਆਂ ਹੁੰਦੀਆਂ? ਤਾਂ ਆਨਸਰ ਕੀ ਕਰਾਂਗੇ? ਟੋਟਲ 6 ਹੁੰਦੀਆਂ ਜੀ। ਇੱਕ ਸਾਈਡ ਕਿੰਨੀਆਂ ਹੁੰਦੀਆਂ ਜੀ? ਇੱਕ ਸਾਈਡ 3 ਹੁੰਦੀਆਂ ਜੀ। ਠੀਕ ਹੈ ਰਾਜੇ। ਓਕੇ, ਜਲਦੀ ਮੈਸੇਜ ਕਰ ਦੂੰਗੇ। ਮੋਸਟ ਇੰਪੋਰਟੈਂਟ ਸਵਾਲ ਆ, ਸੂਰਿਆ ਨਮਸਕਾਰ ਦੇ ਕਿੰਨੇ ਸਟੈਪ ਹੁੰਦੇ ਨੇ ਜੀ? ਸੂਰਿਆ ਨਮਸਕਾਰ ਦੇ ਕਿੰਨੇ ਸਟੈਪ ਹੁੰਦੇ ਆ ਜੀ? ਇੱਕ ਵਾਰੀ ਜਲਦੀ ਮੈਸੇਜ ਕਰ ਦੂੰਗੇ, ਫਿਰ ਆਪਾਂ ਅੱਗੇ ਰਾਜੇ ਮੂਵ ਕਰਦੇ ਹਾਂ। ਠੀਕ ਹੈ ਜੀ, ਬਿਲਕੁਲ ਸਹੀ ਆਨਸਰ ਕਰ ਰਹੇ ਹੋ। ਸੂਰਿਆ ਨਮਸਕਾਰ ਦੇ ਟੋਟਲ ਸਟੈਪ ਕਿੰਨੇ ਹੁੰਦੇ ਆ? ਹੁਣ ਦੇਖੋ ਰਾਜੇ, ਜੇਕਰ ਸਵਾਲ ਦੇ ਵਿੱਚ ਆਇਆ ਸੂਰਿਆ ਨਮਸਕਾਰ ਦੇ ਕਿੰਨੇ ਸਟੈਪ ਹੁੰਦੇ ਆ, ਕਿੰਨੇ ਆਸਨ ਹੁੰਦੇ ਆ, ਕਿੰਨੇ ਪੋਜ ਹੁੰਦੇ ਆ, ਕਿੰਨੇ ਮੰਤਰ ਹੁੰਦੇ ਆ, ਤਾਂ ਆਨਸਰ ਕੀ ਕਰਨਾ? ਸਰ ਸੂਰਿਆ ਨਮਸਕਾਰ ਦੇ ਟੋਟਲ ਜਿਹੜੇ ਸਟੈਪ ਹੁੰਦੇ ਆ ਉਹ ਕਿੰਨੇ ਹੁੰਦੇ ਆ? ਸਰ 12 ਹੁੰਦੇ ਆ। ਟੋਟਲ ਆਸਨ ਕਿੰਨੇ ਹੁੰਦੇ ਆ? ਸਰ 12 ਹੁੰਦੇ ਆ। ਟੋਟਲ ਪੋਜ ਕਿੰਨੇ ਹੁੰਦੇ ਆ? 12 ਹੁੰਦੇ ਆ। ਤੇ ਟੋਟਲ ਮੰਤਰ ਕਿੰਨੇ ਹੁੰਦੇ ਆ? ਉਹ ਵੀ ਕੀ ਹੁੰਦੇ ਆ? 12 ਹੁੰਦੇ ਆ। ਇਹ ਸਾਨੂੰ ਪਤਾ ਲੱਗ ਗਿਆ ਜੀ। ਹੁਣ ਦੇਖੋ ਜਿਹੜਾ ਆਪਣਾ ਸੂਰਿਆ ਨਮਸਕਾਰ ਆ ਜੀ, ਠੀਕ ਹੈ, ਜਿਹੜਾ ਆਪਣਾ ਸੂਰਿਆ ਨਮਸਕਾਰ ਆ ਜੀ, ਇਹਦੀ ਸਟਾਰਟਿੰਗ ਕਿਵੇਂ ਹੁੰਦੀ ਆ? ਇਹ ਸਵਾਲ ਆਉਂਦਾ ਵੀ ਜਦੋਂ ਅਸੀਂ ਸੂਰਿਆ ਨਮਸਕਾਰ ਕਰਦੇ ਆ ਉਹਦੀ ਸਟਾਰਟਿੰਗ ਕਿਵੇਂ ਹੁੰਦੀ ਆ? ਠੀਕ ਆ, ਉਹਦੀ ਐਂਡਿੰਗ ਕਿਵੇਂ ਹੁੰਦੀ ਆ? ਜਦੋਂ ਵੀ ਅਸੀਂ ਸੂਰਿਆ ਨਮਸਕਾਰ ਕਰਦੇ ਆ ਜੀ, ਉਹਦੀ ਜਿਹੜੀ ਸਟਾਰਟਿੰਗ ਹੁੰਦੀ ਆ ਜੀ, ਉਹ ਕਿੱਥੋਂ ਹੁੰਦੀ ਆ ਜੀ? ਪ੍ਰਣਾਮ ਆਸਨ ਤੋਂ ਹੁੰਦੀ ਆ। ਠੀਕ ਹੈ ਜੀ, ਉਹ ਕਿੱਥੋਂ ਹੁੰਦੀ ਆ? ਪ੍ਰਣਾਮ ਆਸਨ ਤੋਂ ਹੁੰਦੀ ਆ। ਤੇ ਸੂਰਿਆ ਨਮਸਕਾਰ ਦੀ ਜਿਹੜੀ ਐਂਡਿੰਗ ਹੁੰਦੀ ਆ ਉਹ ਵੀ ਕਿੱਥੋਂ ਹੁੰਦੀ ਆ ਜੀ? ਪ੍ਰਣਾਮ ਆਸਨ ਤੋਂ ਹੁੰਦੀ ਆ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸੂਰਿਆ ਨਮਸਕਾਰ ਦੇ ਵਿੱਚ ਜਿਹੜੇ ਸਟੈਪ ਆ ਜੀ, ਜਿਹੜੇ ਆਸਨ ਆ, ਉਹਨਾਂ ਦੇ ਨਾਮ ਕੀ ਆ? ਜਿਵੇਂ ਹੋ ਗਿਆ ਰਾਜੇ, ਨੰਬਰ 1 ਕੀ ਹੋ ਗਿਆ? ਪ੍ਰਣਾਮ ਆਸਨ ਹੋ ਗਿਆ। ਠੀਕ ਆ, ਨੰਬਰ 2 ਕੀ ਹੋ ਗਿਆ? ਉਰਧ ਹਸਤ ਉਤਾਨ ਆਸਨ ਹੋ ਗਿਆ ਜੀ। ਨੰਬਰ 3 ਕੀ ਹੋ ਗਿਆ? ਪਾਦ ਹਸਤ ਆਸਨ ਹੋ ਗਿਆ ਜੀ। ਨੰਬਰ 4 ਕੀ ਹੋ ਗਿਆ? ਅਸਵ ਸੁਚਾਲਨ ਆਸਨ ਹੋ ਗਿਆ ਜੀ। ਨੰਬਰ 5 ਕੀ ਹੋ ਗਿਆ? ਦੰਡ ਆਸਨ ਹੋ ਗਿਆ ਜੀ। ਨੰਬਰ 6 ਤੇ ਕੀ ਆ ਜੂਗਾ ਜੀ? ਮੈਸੇਜ ਕਰੋ, ਅਸ਼ਟਾਂਗ ਨਮਸਕਾਰ। ਇਹਦੇ ਵਿੱਚੋਂ ਸਵਾਲ ਆਉਂਦਾ ਜੀ। ਹੁਣ ਦੇਖੋ ਜੀ, ਸੂਰਿਆ ਨਮਸਕਾਰ ਦੇ ਵਿੱਚ ਜਿਹੜਾ ਕਿ ਆਪਣਾ 6ਵੇਂ ਨੰਬਰ ਤੇ ਆਉਂਦਾ ਜੀ, 6ਵੇਂ ਨੰਬਰ ਤੇ ਆਉਂਦਾ, ਉਹਨੂੰ ਕੀ ਕਹਿੰਦੇ ਆ ਅਸੀਂ? ਅਸ਼ਟਾਂਗ ਨਮਸਕਾਰ ਕਹਿ ਦਿੰਦੇ ਆ ਜੀ। ਇਹਦੇ ਵਿੱਚੋਂ ਸਵਾਲ ਕਿਵੇਂ ਆਉਂਦਾ ਜੀ? ਵੀ ਜਦੋਂ ਅਸੀਂ ਸੂਰਿਆ ਨਮਸਕਾਰ ਕਰ ਰਹੇ ਹਾਂ ਜੀ, ਇੱਕ ਸਟੈਪ ਇਹੋ ਜਿਹਾ ਹੁੰਦਾ ਜਿਹਦੇ ਵਿੱਚ ਸਾਡੇ ਬੋਡੀ ਦੇ ਜਿਹੜੇ ਆਪਣੇ 8 ਪਾਰਟ ਹੁੰਦੇ ਨੇ ਉਹ ਜ਼ਮੀਨ ਨੂੰ ਟੱਚ ਕਰਦੇ ਆ ਜੀ। 8 ਪਾਰਟ ਕਿਹੜੇ ਹੋ ਗਏ ਜੀ? ਜਿਵੇਂ ਸਾਡਾ, ਠੀਕ ਆ, ਹੈੱਡ ਹੋ ਗਿਆ ਜੀ, ਠੀਕ ਆ, ਸਾਡੀ ਚਿੰਨ ਹੋ ਗਈ, ਸਾਡੇ ਦੋਨੋਂ ਹੱਥ ਹੋ ਗਏ ਜੀ, ਠੀਕ ਆ, ਚੈਸਟ ਹੋ ਗਈ, ਨੀ ਹੋ ਗਏ ਤੇ ਪੈਰ ਹੋ ਗਏ। ਠੀਕ ਹੈ, ਇਹ 8 ਪਾਰਟ ਕੀ ਆ? ਜ਼ਮੀਨ ਨੂੰ ਟੱਚ ਕਰਦੇ ਆ। ਕਿਹੜੇ ਆਸਨ ਦੇ ਵਿੱਚ ਜੀ? ਅਸ਼ਟਾਂਗ ਆਸਨ ਦੇ ਵਿੱਚ ਜੀ। ਠੀਕ ਹੈ ਜੀ। ਓਕੇ, ਮੈਸੇਜ ਕਰ ਦਿਓ ਤੁਹਾਨੂੰ ਸਮਝ ਲੱਗਿਆ। ਜੈਸੇ ਜਾਂ ਨੋ ਦੇ ਵਿੱਚ ਫਿਰ ਆਪਾਂ ਅੱਗੇ ਮੂਵ ਕਰਦੇ ਹਾਂ। ਹੁਣ ਦੇਖੋ ਰਾਜੇ, ਇਹ ਤਾਂ ਆਪਾਂ ਨੂੰ ਪਤਾ ਲੱਗਾ ਵੀ ਸੂਰਿਆ ਨਮਸਕਾਰ ਦੇ ਵਿੱਚ ਕਿੰਨੇ ਆਸਨ ਹੁੰਦੇ ਆ? 12 ਹੁੰਦੇ ਆ। ਇੱਕ ਸਵਾਲ ਆਉਂਦਾ ਵੀ ਅਸ਼ਟਾਂਗ ਦੇ ਵਿੱਚ, ਠੀਕ ਹੈ ਰਾਜੇ, ਅਸ਼ਟਾਂਗ ਦੇ ਵਿੱਚ ਟੋਟਲ ਸਟੇਜਸ ਕਿੰਨੀਆਂ ਹੁੰਦੀਆਂ? ਇਹਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਅਸ਼ਟਾਂਗ ਦੇ ਵਿੱਚ ਜਿਹੜੇ ਆਪਣੇ ਟੋਟਲ ਪੜਾਅ ਹੁੰਦੇ ਆ 8 ਹੁੰਦੇ ਨੇ। ਜੰਮ ਦੇ ਵਿੱਚ ਟੋਟਲ ਪੜਾਅ ਕਿੰਨੇ ਹੁੰਦੇ ਆ ਜੀ? 5 ਹੁੰਦੇ ਨੇ। ਨਿਯਮ ਦੇ ਵਿੱਚ ਟੋਟਲ ਪੜਾਅ ਕਿੰਨੇ ਹੁੰਦੇ ਆ? ਉਹ ਵੀ ਰਾਜੇ 5 ਹੁੰਦੇ ਨੇ ਜੀ। ਹੁਣ ਦੇਖੋ, ਜਿਹੜਾ ਆਪਣਾ ਆਸਨ ਹੁੰਦੇ ਨੇ ਉਹਨਾਂ ਨੂੰ ਅਸੀਂ ਕਲਾਸੀਫਾਈਡ ਕੀਤਾ ਹੋਇਆ ਕਿੰਨੇ ਭਾਗਾਂ ਦੇ ਵਿੱਚ? ਸਰ ਉਹਨੂੰ ਅਸੀਂ 3 ਭਾਗਾਂ ਦੇ ਵਿੱਚ ਕਲਾਸੀਫਾਈਡ ਕੀਤਾ ਹੋਇਆ ਜੀ। ਠੀਕ ਹੈ ਜੀ, ਉਹਨਾਂ ਨੂੰ ਅਸੀਂ 3 ਭਾਗਾਂ ਦੇ ਵਿੱਚ ਕਲਾਸੀਫਾਈਡ ਕੀਤਾ ਹੋਇਆ ਜੀ।
ਠੀਕ ਹੈ ਰਾਜੇ, ਇਹ ਸੀ ਆਪਣੀ ਅੱਜ ਦੀ ਕਲਾਸ। ਉਮੀਦ ਕਰਦਾ ਤੁਹਾਨੂੰ ਕਲਾਸ ਸਮਝ ਲੱਗੀ ਹੋਣੀ ਆ। ਇਹ ਜੇਕਰ ਤੁਹਾਨੂੰ ਕਲਾਸ ਸਮਝ ਲੱਗੀ ਆ, ਤੁਸੀਂ ਕਲਾਸ ਨੂੰ ਲਾਈਕ ਕਰ ਦਿਓ, ਆਪਣੇ ਦੋਸਤਾਂ ਤੱਕ ਸੈਂਡ ਕਰ ਦਿਓ। ਜੇਕਰ ਤੁਸੀਂ ਪੀਐਸ ਟੈਟ ਫਿਜ਼ੀਕਲ ਐਜੂਕੇਸ਼ਨ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਉਡਾਨ ਇੰਸਟੀਚਿਊਟ ਬਠਿੰਡਾ ਦੇ ਵੱਲੋਂ ਜਿਹੜਾ ਆਫਲਾਈਨ ਬੈਚ ਆ ਤੇ ਆਨਲਾਈਨ ਬੈਚ ਆ ਉਹ 16 ਅਕਤੂਬਰ ਤੋਂ ਕੀ ਆ ਕੰਟੀਨਿਊ ਸਟਾਰਟ ਹੋ ਚੁੱਕਿਆ ਜੀ। ਠੀਕ ਆ, ਤੁਸੀਂ ਇੰਸਟੀਚਿਊਟ ਦੇ ਵਿੱਚ ਆ ਕੇ ਆਫਲਾਈਨ ਤਿਆਰੀ ਕਰ ਸਕਦੇ ਹੋ, ਜਿਹਦੇ ਵਿੱਚ ਤੁਹਾਨੂੰ ਕੰਪਲੀਟ ਬੈਚ ਮਿਲੂਗਾ ਜੀ। ਠੀਕ ਆ, ਫਿਜ਼ੀਕਲ ਐਜੂਕੇਸ਼ਨ ਦਾ ਕੀ ਆ ਕੰਪਲੀਟ ਬੈਚ ਮਿਲੂਗਾ। ਤੁਹਾਨੂੰ ਪੰਜਾਬੀ ਸਬਜੈਕਟ ਦੀ ਵੀ ਤਿਆਰੀ ਕਰਵਾਈ ਜਾਊ, ਤੁਹਾਨੂੰ ਸੀਡੀਪੀ ਸਬਜੈਕਟ ਦੀ ਵੀ ਤਿਆਰੀ ਕਰਵਾਈ ਜਾਊ, ਤੁਹਾਨੂੰ ਇੰਗਲਿਸ਼ ਤੇ ਫਿਜ਼ੀਕਲ ਐਜੂਕੇਸ਼ਨ ਦੀ ਵੀ ਤਿਆਰੀ ਕਰਵਾਈ ਜਾਊ ਜੀ। ਸੋ ਓਕੇ, ਦੇਰੀ ਨਾ ਕਰੋ, ਜਲਦੀ ਕੀ ਆ ਤੁਸੀਂ ਸਾਡੇ ਨਾਲ ਜੁੜੋ। ਠੀਕ ਆ, ਉਡਾਨ ਇੰਸਟੀਚਿਊਟ ਬਠਿੰਡਾ ਨੂੰ ਕੀ ਆ ਤੁਸੀਂ ਜੁਆਇਨ ਕਰੋ ਜੀ, ਤਾਂ ਜੋ ਤੁਸੀਂ ਆਪਣੇ ਗੋਲ ਨੂੰ ਅਚੀਵ ਕਰ ਸਕੋ। ਹੁਣ ਦੇਖੋ ਰਾਜੇ, ਉਡਾਨ ਇੰਸਟੀਚਿਊਟ ਬਠਿੰਡਾ ਦੇ ਵੱਲੋਂ ਜਿਹੜਾ ਆਪਣਾ ਪੀਐਸ ਟੈਟ ਫਿਜ਼ੀਕਲ ਐਜੂਕੇਸ਼ਨ ਸਬਜੈਕਟ ਇਹਦੀ ਤਾਂ ਤਿਆਰੀ ਕਰਵਾਈ ਜਾਂਦੀ ਆ, ਨਾਲ ਜੋ ਵੀ ਟੀਚਿੰਗ ਦੇ ਸਬਜੈਕਟ ਆ, ਜਿਵੇਂ ਆਪਣਾ ਹਿੰਦੀ ਸਬਜੈਕਟ ਹੋ ਗਿਆ। ਠੀਕ ਆ, ਹਿੰਦੀ ਦਾ ਜੋ ਸਬਜੈਕਟ ਆਪਣਾ ਜੇਕਰ ਉਹਦੀ ਤੁਸੀਂ ਪੀ ਟੈਟ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਜੇਕਰ ਜਿਵੇਂ SST ਹੋ ਗਿਆ, ਠੀਕ ਆ, ਜੋ ਵੀ ਸਬਜੈਕਟ ਆ ਜੀ। ਠੀਕ ਆ, ਜੇਕਰ ਤੁਸੀਂ ਪੇਪਰ ਦੇਣਾ ਚਾਹੁੰਦੇ ਹੋ ਪੀ ਟੈਟ ਦਾ ਤਾਂ ਤੁਸੀਂ ਸਾਡੇ ਨਾਲ ਕੀ ਆ ਜੁੜ ਸਕਦੇ ਹੋ। ਇਹਦੇ ਵਿੱਚ ਕੀ ਆ ਤੁਹਾਨੂੰ ਜੋ ਵੀ ਆਪਣਾ ਸਟੱਡੀ ਮਟੀਰੀਅਲ ਆ ਉਹ ਤੁਹਾਡੇ ਘਰ ਤੱਕ ਕੀ ਆ ਤੁਹਾਨੂੰ ਪ੍ਰੋਪਰ ਕੀ ਆ ਪ੍ਰੋਵਾਈਡ ਕਰਵਾਇਆ ਜਾਊਗਾ। ਠੀਕ ਆ ਜੀ, ਓਕੇ, ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਤੁਹਾਨੂੰ ਕਲਾਸ ਸਮਝ ਲੱਗੀ ਹੋਣੀ ਆ। ਸੋ ਮਿਲਦੇ ਆਪਾਂ ਅਗਲੀ ਕਲਾਸ ਦੇ ਵਿੱਚ ਜੀ।